ਵਾਹਿਗੁਰੂ। ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਸਤਸੰਗਤ ਦੀ ਘੜੀ ਬਖਸ਼ੀ, ਜਿਸ ਦੇ ਵਿੱਚ ਅਸੀਂ ਸਾਸ ਗਰਾਸ ਸਿਮਰਨ ਸਾਸ ਸਿਮਰਨ ਕਰਕੇ ਹਟੇ ਹਾਂ। ਕਈ ਵਾਰੀ ਅਭਿਆਸ ਕਰਦੇ ਹੋਏ ਕਿ ਗੁਰਮੁਖਾਂ ਨੂੰ ਐਸੇ ਮਹਿਸੂਸ ਹੁੰਦਾ ਹੈ ਕਿ ਮੂੰਹ ਦਾ ਜਿਹੜਾ ਸਵਾਦ ਆ ਉਹ ਬਦਲਦਾ ਹੈ, ਬਦਲ ਚੁੱਕਾ ਆ। ਹੁੰਦਾ ਕੀ ਹੈ ਕਿ ਸਾਡਾ ਜਿਹੜਾ ਮਨ ਆ, ਜਦੋਂ ਗੁਰਮੰਤਰ ਨਾਲ ਜੁੜਦਾ ਆ, ਜਦੋਂ ਨਾਮ ਨਾਲ ਜੁੜਦਾ ਆ, ਇਹਨੂੰ ਮਿਠਾਸ ਆਉਣ ਲੱਗ ਪੈਂਦੀ ਹੈ, ਰਸ ਆਉਣ ਲੱਗ ਪੈਂਦਾ। ਕਈ ਵਾਰੀ ਸਾਨੂੰ ਉਹ ਅੰਮ੍ਰਿਤ ਰਸ ਐਸੇ ਮਹਿਸੂਸ ਹੁੰਦਾ ਹੈ ਕਿ ਮੂੰਹ ਦਾ ਸਵਾਦ ਬਦਲਿਆ ਜਦੋਂ ਅਸੀਂ ਸੁੰਨ ਵਿੱਚੋਂ ਬਾਹਰ ਨਿਕਲਦੇ ਹਾਂ। ਕਈ ਵਾਰੀ ਐਸੇ ਹੁੰਦਾ ਆ ਕਿ ਸਾਨੂੰ ਮਹਿਸੂਸ ਹੁੰਦਾ ਜਿਵੇਂ ਰਸ ਆ ਰਿਹਾ ਆ ਸਾਡੇ ਮੁੱਖ ਦੇ ਸਾਈਡਾਂ ਤੋਂ। ਫਿਰ ਕਈ ਵਾਰੀ ਐਸਾ ਹੁੰਦਾ ਕਿ ਅਸੀਂ ਅੰਤਰਗਤ ਨਾਮ ਨੂੰ ਸੁਣਦੇ ਹਾਂ, ਸਹਿਜ ਧੁਨ ਨੂੰ ਪਕੜਦੇ ਹਾਂ, ਅਤੇ ਸਹਿਜ ਧੁਨ ਦੇ ਨਾਲ ਸਾਨੂੰ ਅੰਮ੍ਰਿਤ ਰਸ ਆਉਣ ਲੱਗ ਪੈਂਦਾ। ਫਿਰ ਕਈ ਵਿਧੀਆਂ ਵੀ ਹਨ ਜਿਸ ਦੁਆਰਾ ਤੁਸੀਂ ਉਹ ਰਸ ਲੈ ਸਕਦੇ ਹੋ। ਧਿਆਨ ਦੀਆਂ ਵਿਧੀਆਂ, ਜਿਵੇਂ ਮਹਾਰਾਜ ਨੇ ਕਿਹਾ ਹੈ ਕਿ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਕਿ ਸ਼ਬਦ ਵਿਚਾਰ ਸੁਣ ਕੇ ਵੀ ਤੁਹਾਨੂੰ ਅੰਮ੍ਰਿਤ ਰਸ ਆਉਂਦਾ ਹੈ ਅਤੇ ਇਸ ਬ੍ਰਹਮੰਡ ਦੇ ਵਿੱਚ, ਬ੍ਰਹਮ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੋ ਰਹੀ ਆ। ਜਦੋਂ ਅਸੀਂ ਧਿਆਨ ਲਾਉਂਦੇ ਹਾਂ ਬ੍ਰਹਮ ਦੇ ਵਿੱਚ, ਜਾਂ ਇੱਥੋਂ ਪੌਣ ਬ੍ਰਹਮ 'ਚੋਂ ਖਿੱਚਦੇ ਹਾਂ, ਅਤੇ ਜੁਗਤ ਦੁਆਰਾ ਅਸੀਂ ਇੱਥੋਂ ਵੀ ਉਹ ਬ੍ਰਹਮ ਰਸ, ਅੰਮ੍ਰਿਤ ਰਸ ਹਾਸਲ ਕਰ ਸਕਦੇ ਹਾਂ। ਵੱਖ ਵੱਖ ਤਰੀਕਿਆਂ ਦੇ ਨਾਲ, ਵੱਖ ਵੱਖ ਜੁਗਤੀਆਂ ਨਾਲ ਉਹ ਸਾਨੂੰ ਰਸ ਪ੍ਰਾਪਤ ਹੁੰਦਾ ਹੈ। ਕਈ ਵਾਰੀ ਕਈ ਗੁਰਮੁਖ ਸਿਰਫ ਸ਼ਬਦੀ ਵਿਚਾਰ ਸੁਣਦੇ ਆ, ਅਕਥ ਕਹਾਣੀ ਸੁਣਦੇ ਆ, ਜਾਂ ਕਈ ਗੁਰਮੁਖ ਗੁਰਬਾਣੀ ਨੂੰ ਪੜ੍ਹਦੇ ਆ ਧਿਆਨ ਨਾਲ, ਉਹਨਾਂ ਨੂੰ ਫਿਰ ਅੰਦਰੋਂ ਰਸ ਆਉਣ ਲੱਗ ਪੈਂਦਾ। ਕਈਆਂ ਨੂੰ ਉਹ ਅੰਮ੍ਰਿਤ ਰਸ ਨਾਭ ਘਾਟ 'ਤੇ ਮਿਲਦਾ ਆ, ਕਈਆਂ ਨੂੰ ਉੱਪਰਲੇ ਪਾਸਿਓਂ ਮਹਿਸੂਸ ਹੁੰਦਾ ਕਿ ਉੱਪਰੋਂ ਦਸਮ ਦੁਆਰ ਤੋਂ ਅੰਮ੍ਰਿਤ ਰਸ ਆ ਰਿਹਾ ਹੈ। ਉਸ ਰਸ ਦੇ ਨਾਲ ਸਾਡਾ ਜਿਹੜਾ ਮਨ ਆ ਉਹ ਤਾਕਤਵਰ ਹੁੰਦਾ ਆ। ਉਸ ਰਸ ਦੇ ਨਾਲ ਸਾਡਾ ਜਿਹੜਾ ਮਨ ਆ ਬਲ ਪਕੜਦਾ ਆ, ਕਿਉਂਕਿ ਸਾਡਾ ਮਨ ਜਿੰਨਾ ਚਿਰ ਇਹ ਤ੍ਰੈਗੁਣਾਂ ਦੇ ਵਿੱਚ ਰਹਿੰਦਾ ਆ, ਵਿਚਾਰਾਂ ਦੇ ਵਿੱਚ ਜਾਂ ਫੁਰਨਿਆਂ ਦੇ ਵਿੱਚ, ਇਹ ਵਿਚਾਰਾਂ ਦੇ ਵਿੱਚ ਆ ਕੇ ਕਮਜ਼ੋਰ ਹੋ ਚੁੱਕਾ ਆ, ਇਹਦਾ ਟਿਕਾਊ ਨਹੀਂ ਹੁੰਦਾ। ਅਤੇ ਮਹਾਰਾਜ ਨੇ ਦੱਸਿਆ ਹੋਇਆ ਸਾਨੂੰ ਗੁਰਬਾਣੀ ਵਿੱਚ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸਮਾਲ, ਇਹੋ ਖਰਚ ਅਕੁੱਟ ਹੈ, ਗੁਰਮੁਖ ਨੇ ਬਹਿ ਨਾਲ। ਕਿ ਮਨ ਦੀ ਜਿਹੜੀ ਅਸਲੀ ਖੁਰਾਕ ਆ ਉਹ ਅੰਮ੍ਰਿਤ ਰਸ ਆ, ਅਤੇ ਅੰਮ੍ਰਿਤ ਰਸ ਜਦੋਂ ਅਸੀਂ ਹਾਸਲ ਕਰਦੇ ਹਾਂ, ਸਾਨੂੰ ਆਪਣੇ ਮਨ ਦੀ ਇਹ ਜਿਹੜੀ ਖੁਰਾਕ ਆ ਮਿਲਦੀ ਆ, ਸਾਡਾ ਮਨ ਫਿਰ ਸ਼ਾਂਤ ਹੋ ਜਾਂਦਾ, ਇਹ ਤਾਕਤਵਰ ਹੋ ਜਾਂਦਾ ਆ, ਇਹ ਪੰਜਾਂ ਚੋਰਾਂ ਤੋਂ ਆਪਣਾ ਖਹਿੜਾ ਛਡਾ ਦਿੰਦਾ। ਇਹੀ ਪੰਜ ਚੋਰ ਜਿਹੜੇ ਆ ਤ੍ਰੈਗੁਣਾਂ ਦੇ ਵਿੱਚ, ਇਹ ਸਾਡੇ ਵਾਰ-ਵਾਰ ਵਿਕਾਰਾਂ ਦੇ ਰੂਪ ਦੇ ਵਿੱਚ ਵਿਚਾਰ ਲਿਆਉਂਦੇ ਆ, ਜਿਹਨੂੰ ਮਹਾਰਾਜ ਕਹਿੰਦੇ ਆ ਪੰਜ ਦੂਤ ਚਿਤਵੇ ਵਿਕਾਰਾ, ਮਾਇਆ ਮੋਹ ਕਾ ਇਹ ਪਸਾਰਾ। ਸਾਡੀ ਫਾਲਟ ਇੰਨੀ ਹੈ ਕਿ ਅਸੀਂ ਇਸ ਮਾਇਆ ਦੇ ਦੇਸ਼ ਦੇ ਨਾਲ ਮੋਹ ਪਾ ਲਿਆ, ਅਤੇ ਇਸ ਮਾਇਆ ਦੇ ਦੇਸ਼ ਦੇ ਵਿੱਚ ਪਰਾਏ ਦੇਸ਼ ਦੇ ਨਾਲ ਮੋਹ ਪਾ ਕੇ ਅਸੀਂ ਬੈਠ ਗਏ ਹਾਂ। ਅਤੇ ਇੱਥੇ ਦੇ ਜਰਨੈਲ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਕਾਲ ਦੇ ਦਾਇਰੇ ਦੇ ਵਿੱਚ ਇਹ ਕੰਮ ਕਰਦੇ ਨੇ। ਇਹਨਾਂ ਨੇ ਸਾਡੇ ਮਨ ਨੂੰ ਕਾਬੂ ਕਰ ਲਿਆ, ਇਹਨਾਂ ਨੇ ਫਿਰ ਵਿਚਾਰਾਂ ਦਾ ਪਸਾਰਾ ਖੜਾ ਕਰ ਦਿੱਤਾ। ਹੁਣ ਨਾ ਅਸੀਂ ਇਸ ਮਾਇਆ ਨੂੰ ਛੱਡਦੇ ਹਾਂ, ਕਿਉਂਕਿ ਇਹਦੇ ਨਾਲ ਪਿਆਰ ਬਹੁਤ ਪੈ ਚੁੱਕਾ ਸਾਡਾ, ਨਾ ਹੀ ਇਹ ਫਿਰ ਸਾਨੂੰ ਛੱਡਦੇ ਆ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਫਿਰ ਜਾ ਕੇ ਜਿਹੜੇ ਪੰਜ ਦੂਤ ਆ ਇਹ ਸਾਡੇ ਤੋਂ ਪਿੱਛੇ ਹਟਦੇ ਆ, ਕਿਉਂਕਿ ਸਾਡਾ ਮਨ ਜਿਹੜਾ ਬਲੀ ਹੋ ਜਾਂਦਾ। ਅਸਲ ਵਿੱਚ ਇਹੀ ਜਿਹੜੇ ਅੰਮ੍ਰਿਤ ਰਸ ਆ, ਬ੍ਰਹਮ ਰਸ ਆ, ਹਰ ਰਸ ਆ, ਇਹ ਪੰਜ ਚੋਰ ਸਾਡੇ ਅੰਦਰ ਬੈਠੇ ਸਾਡੇ ਤੋਂ ਚੁਰਾ ਰਹੇ ਆ। ਸਾਡਾ ਧਿਆਨ ਇਹਨਾਂ ਨੇ ਪਾਸੇ ਕਰ ਦਿੱਤਾ, ਫੁਰਨਿਆਂ ਦੇ ਵਿੱਚ, ਵਿਚਾਰਾਂ ਦੇ ਵਿੱਚ, ਮਾਇਆ ਦੇ ਧਿਆਨ ਲਾ ਦਿੱਤਾ, ਅਤੇ ਪਿਛਲੇ ਪਾਸਿਓਂ ਇਹ ਸਾਡੀ ਖੁਰਾਕ ਆਪ ਲੁੱਟ ਰਿਹਾ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁੱਝੈ, ਕੋਈ ਨਾ ਸੁਣੇ ਪੁਕਾਰਾ। ਕਿਉਂਕਿ ਸਾਰੇ ਸੁੱਤੇ ਪਏ ਆ ਤ੍ਰੈਗੁਣਾਂ ਦੇ ਵਿੱਚ, ਕੋਈ ਕਿਸੇ ਦੀ ਪੁਕਾਰ ਨਹੀਂ ਸੁਣਦਾ। ਮਨਮੁਖ ਜਿਹੜਾ ਆ
ਉਹ ਗਹਿਰੀ ਨੀਂਦ ਦੇ ਵਿੱਚ ਮਾਇਆ ਨੀਂਦ ਪਿਆ ਹੋਇਆ ਹੈ। ਅਤੇ ਮਾਇਆ ਦੀ ਨੀਂਦ ਦੇ ਵਿੱਚ ਹੋਣ ਕਾਰਨ ਮਨਮੁਖ ਨੇ ਤਾਂ ਬੁੱਝਣਾ ਹੀ ਨਹੀਂ ਕਿ ਮੇਰੀ ਲੁੱਟ ਖਸੁੱਟ ਹੋ ਰਹੀ ਆ, ਮੈਨੂੰ ਲੁੱਟ ਰਹੇ ਨੇ ਇਹ ਜਿਹੜੇ 5 ਚੋਰ ਆ। ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਦੇ ਬਚਨ ਸੁਣਦੇ ਹਾਂ, ਮਹਾਰਾਜ ਸਾਨੂੰ ਫਿਰ ਇਹਨਾਂ ਦਾ ਭੇਦ ਦਿੰਦੇ ਆ ਕਿ ਇਹਨਾਂ ਤੋਂ ਤੁਸੀਂ ਆਪਣਾ ਖਹਿੜਾ ਛਡਾ ਲਓ। ਇਹ 5 ਚੋਰ ਜਿਹੜੇ ਆ ਧੋਖੇਬਾਜ਼ ਆ, ਇਹਨਾਂ ਨੂੰ ਟਰਸਟ ਨਾ ਕਰੋ। ਫਿਰ ਸਾਡੇ ਮਨ ਨੂੰ ਸੋਝੀ ਆਉਂਦੀ, ਅਸੀਂ ਅਭਿਆਸ ਕਰਨ ਲੱਗ ਪੈਂਦੇ ਹਾਂ, ਸੰਗਤ ਕਰਨ ਲੱਗ ਪੈਂਦੇ ਹਾਂ, ਅਤੇ ਫਿਰ ਸਾਡਾ ਮਨ ਜਿਹੜਾ ਜਾਗਤ ਅਵਸਥਾ ਦੇ ਵਿੱਚ ਆਉਂਦਾ ਹੈ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਏ, ਕਿ ਸਿਮਰਨ ਕਰਨ ਦੇ ਨਾਲ ਸਾਡਾ ਜਿਹੜਾ ਸੁੱਤਾ ਪਿਆ ਮਨ ਆ ਇਹ ਜਾਗ ਪੈਂਦਾ ਹੈ। ਹੁਣ ਜਿੰਨਾ ਦੇਰ ਅਸੀਂ ਲਾਉਂਦੇ ਹਾਂ ਇਸ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਜਿੰਨਾ ਚਿਰ ਅਸੀਂ ਰਹਿੰਦੇ ਹਾਂ, ਜੇਕਰ ਅਸੀਂ ਅਭਿਆਸ ਨਹੀਂ ਕਰਦੇ, ਆਪਣੇ ਘਰ ਨੂੰ ਜਾਣ ਦੀ ਕੋਸ਼ਿਸ਼ ਨਹੀਂ ਕਰਦੇ, ਸਾਡਾ ਮਨ ਜਿਹੜਾ ਇਹਦੀ ਹਾਲਤ ਜਿਹੜੀ ਵਿਗੜਦੀ ਜਾਂਦੀ ਹੈ, ਕਮਜ਼ੋਰ ਹੁੰਦਾ ਜਾਂਦਾ ਹੈ। ਸਮਾਂ ਜਿਹੜਾ ਆ ਇਹ ਰੁਕਦਾ ਨਹੀਂ। ਹੁਣ 2020 ਲੰਘ ਚੁੱਕਾ, 2021 ਆ ਗਿਆ ਆ, ਅਤੇ ਅਸਲ ਵਿੱਚ ਨਾਲ ਉੱਧਰ ਸਮਝਾ ਦਿੰਦੇ ਆ, ਕਿਉਂਕਿ ਕਈਆਂ ਨੂੰ ਨਹੀਂ ਪਤਾ ਸ਼ਾਇਦ, ਜਿਹੜਾ ਅਸਲੀ ਨਵਾਂ ਸਾਲ ਆ ਗੁਰਮਤ ਮੁਤਾਬਕ 12 ਮਹਾਮਾਂਝ ਜੇ ਪੜ੍ਹਦੇ ਹਾਂ, ਅਸੀਂ ਪਾਠ ਕਰਦੇ ਹਾਂ, ਗੁਰੂ ਸਾਹਿਬ ਤੋਂ ਸਿੱਖਿਆ ਲੈਂਦੇ ਹਾਂ, ਅਤੇ ਜਦੋਂ ਚੇਤ ਦਾ ਮਹੀਨਾ ਆਰੰਭ ਹੁੰਦਾ ਆ, ਉਦੋਂ ਅਸਲ ਵਿੱਚ ਨਵਾਂ ਸਾਲ ਚੜ੍ਹਦਾ ਹੈ ਗੁਰਮਤ ਮੁਤਾਬਕ। ਜਿਹੜਾ ਚੇਤ ਦਾ ਮਹੀਨਾ ਆ, ਉਦੋਂ ਉਸ ਵੇਲੇ ਚੱਲ ਰਹੀ ਹੈ ਬਸੰਤ ਰੁੱਤ, ਜਿਹਨੂੰ ਅਸੀਂ ਇੰਗਲਿਸ਼ ਵਿੱਚ ਸਪਰਿੰਗ ਕਹਿ ਦਿੰਦੇ ਹਾਂ। ਸਾਰਾ ਮੌਸਮ, ਸਾਰੀ ਇਨਵਾਇਰਮੈਂਟ ਹਰੀ ਭਰੀ ਹੋ ਜਾਂਦੀ ਆ, ਅਤੇ ਇੱਕ ਇਹ ਫਰੈਸ਼ ਸਟਾਰਟ ਹੁੰਦਾ ਹੈ ਦੁਨੀਆ ਲਈ। ਨਵਾਂ ਜਿਹੜਾ ਸਾਲ ਆ ਗੁਰਮਤ ਮੁਤਾਬਕ ਚੇਤ ਦੇ ਮਹੀਨੇ ਨੂੰ ਆਰੰਭ ਹੁੰਦਾ ਹੈ। ਇੱਦਾਂ ਹੀ ਜਿਹੜੇ ਦੇਸੀ ਮਹੀਨੇ ਆ, ਨਵਾਂ ਸਾਲ ਚੇਤ ਨੂੰ ਸ਼ੁਰੂ ਹੁੰਦਾ, ਉਦੋਂ ਬਸੰਤ ਹੁੰਦੀ ਹੈ, ਬਸੰਤ ਰੁੱਤ ਚੱਲ ਰਹੀ ਆ। ਸਾਡੇ ਇੱਧਰਲੇ ਪਾਸੇ ਕੈਨੇਡਾ ਵੱਲ, ਅਮਰੀਕਾ ਵੱਲ, ਇੱਥੇ ਜ਼ਿਆਦਾ 4 ਰੁੱਤਾਂ ਦੀ ਗੱਲ ਆਉਂਦੀ ਹੈ, ਜਿਹਨੂੰ ਕਹਿੰਦੇ ਆ ਸਪਰਿੰਗ, ਸਮਰ, ਆਟਮ ਨੂੰ ਫਾਲ ਵੀ ਕਹਿ ਦਿੰਦੇ ਆ, ਵਿੰਟਰ। ਇਹ 4 ਰੁੱਤਾਂ ਹੁੰਦੀਆਂ। ਇੰਡੀਆ ਦੇ ਵਿੱਚ 6 ਦੀ ਗਿਣਤੀ ਕੀਤੀ ਜਾਂਦੀ ਹੈ, ਗੁਰਮਤ ਵਿੱਚ ਵੀ 6 ਦਾ ਨਾਮ ਆਉਂਦਾ ਹੈ। ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਹਿਜ ਪਾਠ ਕਰਦੇ ਹਾਂ, ਤਾਂ ਸਾਨੂੰ ਫਿਰ ਇਹ ਸੋਝੀ ਆਉਂਦੀ ਹੈ ਗੁਰਬਾਣੀ ਰਾਹੀਂ। ਉਹ ਵੀ ਜੇਕਰ ਅਸੀਂ ਵਿਚਾਰ ਕੇ ਪੜ੍ਹਦੇ ਹਾਂ ਮਹਾਰਾਜ ਦੀ ਬਾਣੀ ਨੂੰ। ਅੰਗ 927 ਤੋਂ ਲੈ ਕੇ 929 ਤਾਈਂ ਤੁਸੀਂ ਇਹ ਪੜ੍ਹ ਸਕਦੇ ਆ। ਮਹਾਰਾਜ ਨੇ ਰੁੱਤਾਂ ਦੇ ਨਾਮ ਲਏ ਹੋਏ ਆ, ਅਤੇ ਕਿਹੜੇ ਕਿਹੜੇ ਮਹੀਨੇ ਕਿਹੜੀ ਕਿਹੜੀ ਰੁੱਤ ਵਿੱਚ ਆਉਂਦੇ ਆ, ਉਹ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾ ਦਿੱਤਾ। ਪਹਿਲੀ ਰੁੱਤ ਜਿਹੜੀ ਆ ਬਸੰਤ, ਉਹਦੇ ਵਿੱਚ ਚੇਤ ਅਤੇ ਵਿਸਾਖ ਦਾ ਮਹੀਨਾ ਆਉਂਦਾ। ਫਿਰ ਗਰੀਖਮ ਰੁੱਤ ਆਉਂਦੀ ਆ, ਉਹਦੇ ਵਿੱਚ ਜੇਠ ਅਤੇ ਹਾੜ ਨੂੰ ਅਸਾੜ ਵੀ ਕਿਹਾ ਹੋਇਆ। ਫਿਰ ਬਰਸ ਰੁੱਤ ਆਉਂਦੀ ਆ, ਉਹਦੇ ਵਿੱਚ ਸਾਵਣ ਅਤੇ ਭਾਦੋਂ ਦਾ ਮਹੀਨਾ, ਭਾਦੋਂ ਨੂੰ ਭਾਦੋਏ ਵੀ ਕਹਿੰਦੇ ਆ। ਸਰਦ ਰੁੱਤ ਆਉਂਦੀ ਆ, ਫਿਰ ਉਸ ਤੋਂ ਬਾਅਦ ਉਹਦੇ ਵਿੱਚ ਅੱਸੂ, ਜਿਸ ਨੂੰ ਅਸਨ ਵੀ ਕਿਹਾ ਹੋਇਆ, ਕੱਤਕ, ਇਹ ਮਹੀਨੇ ਆਉਂਦੇ ਆ। ਸਿਸੀਅਰ ਰੁੱਤ ਵਿੱਚ ਮੱਘਰ, ਜਿਸ ਨੂੰ ਮੰਗਰ ਵੀ ਕਿਹਾ ਹੋਇਆ, ਪੋਹ, ਜਿਸ ਨੂੰ ਪੋਖ ਵੀ ਕਿਹਾ ਹੋਇਆ ਆ, ਇਹ ਮਹੀਨੇ ਆਉਂਦੇ ਆ ਸਿਸੀਅਰ ਰੁੱਤ ਵਿੱਚ। ਫਿਰ ਇਸ ਸਿਸੀਅਰ ਰੁੱਤ ਤੋਂ ਬਾਅਦ ਹਿਮਕਰ ਰੁੱਤ ਆਉਂਦੀ ਹੈ, ਜਿਸ ਦੇ ਵਿੱਚ ਮਾਘ ਅਤੇ ਫੱਗਣ, ਜਿਸ ਨੂੰ ਫਲਗੁਣ ਵੀ ਕਿਹਾ ਹੋਇਆ ਹੈ, ਉਹ ਮਹੀਨੇ ਆਉਂਦੇ ਆ। ਚੇਤ ਜਦੋਂ ਆਰੰਭ ਹੁੰਦਾ, ਉਦੋਂ ਅਸਲ ਵਿੱਚ ਸਾਡਾ ਨਵਾਂ ਸਾਲ ਜਿਹੜਾ ਆ ਗੁਰਮਤਿ ਮੁਤਾਬਕ ਆਰੰਭ ਹੁੰਦਾ ਹੈ। ਹੁਣ ਇਹ ਸਮਾਂ ਜਿਹੜਾ ਹੈ ਤਾਂ ਚੱਲਦਾ ਜਾ ਰਿਹਾ ਹੈ, ਅਤੇ ਅਸੀਂ ਮਨਾਉਂਦੇ ਤਾਂ ਹੈ ਕਿ ਨਵਾਂ ਸਾਲ ਆਇਆ, ਪਰ ਮਹਾਰਾਜ ਨੇ ਸਾਨੂੰ ਸਵਾਲ ਪੁੱਛਿਆ ਹੋਇਆ ਗੁਰਬਾਣੀ ਦੇ ਵਿੱਚ। ਜੇਕਰ ਅਸੀਂ ਆਪਣਾ ਨਿਤਨੇਮ ਰੋਜ਼ ਕਰਦੇ ਹਾਂ ਤਾਂ ਸਾਨੂੰ ਉਹ ਸਵਾਲ ਆਉਂਦੇ ਆ। ਇੱਕ ਸਵਾਲ ਆ ਜੋ ਮਹਾਰਾਜ ਨੇ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਅਸਲ ਵਿੱਚ ਸੁਚੇਤ ਕੀਤਾ ਹੋਇਆ ਹੈ। ਉਹ ਸਵਾਲ ਕੀ ਹੈ? ਮਹਾਰਾਜ ਕਹਿੰਦੇ, ਇਹ ਸਰੀਰਾ ਮੇਰਿਆ, ਇਸ ਜਗ ਮੇਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
ਕਿ ਹੇ ਸਰੀਰਾ, ਤੂੰ ਇਸ ਜਗਤ ਵਿੱਚ ਆ ਕੇ ਕਿਹੜਾ ਕਰਮ ਕੀਤਾ। ਹੁਣ ਸਾਡਾ ਸਾਰਿਆਂ ਦਾ ਕਾਰਜ ਇੱਕ ਹੀ ਹੈ ਇੱਥੇ ਸੰਸਾਰ ਵਿੱਚ। ਸਭ ਤੋਂ ਪਹਿਲਾਂ ਮਹਾਰਾਜ ਕਹਿੰਦੇ ਆ ਕਿ ਸਾਨੂੰ ਇਹ ਮਨੁੱਖਾ ਜਾਮਾ ਮਿਲਿਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਇੱਕ ਸਾਨੂੰ ਵਾਰੀ ਦਿੱਤੀ ਹੋਈ ਆ, ਮਹਾਰਾਜ ਨੇ ਸਾਨੂੰ ਇੱਕ ਵਾਰੀ ਦਿੱਤੀ ਹੋਈ ਆ ਜਿਸ ਦੇ ਵਿੱਚ ਅਸੀਂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਹੁਣ ਆਪ ਅਸੀਂ ਦੇਖਣਾ ਕਿ ਸਮਾਂ ਤਾਂ ਚੱਲਦਾ ਜਾ ਰਿਹਾ ਆ, ਜਿਹੜਾ ਸਾਡਾ ਮੌਤ ਦਾ ਸਮਾਂ ਆ, ਮ੍ਰਿਤਿੂ ਆ, ਉਹ ਤਾਂ ਤੈਅ ਕੀਤੀ ਹੋਈ ਹੈ ਪਹਿਲਾਂ ਹੀ। ਜਿਹਨੂੰ ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੇਂ ਆਏ, ਕਿ ਅਸੀਂ ਮਰਨਾ ਸਾਰੇ ਲਿਖ ਕੇ ਆਏ ਹੋਏ ਹਾਂ। ਉਹ ਹੁਣ ਪੁਆਇੰਟ ਕਿਹੜਾ ਆ, ਕਿੱਥੇ ਆਉਣਾ ਆ, ਉਹ ਸਾਨੂੰ ਪਤਾ ਨਹੀਂ। ਜਿਉਂ ਜਿਉਂ ਸਮਾਂ ਚੱਲਦਾ ਆ ਉਹ ਪੁਆਇੰਟ ਲਾਗੇ ਆ ਰਿਹਾ ਹੈ। ਤੇ ਇੱਥੇ ਮਹਾਰਾਜ ਕਹਿੰਦੇ ਆ ਕਿ ਇਹ ਸਰੀਰਾ ਮੇਰਿਆ ਇਸ ਜਗ ਮੇਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੇਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ। ਜਿਹਨੇ ਤੇਰੀ ਰਚਨਾ ਕੀਤੀ, ਹਰੀ ਨੇ ਤੇਰੀ ਰਚਨਾ ਕੀਤੀ, ਉਸ ਹਰੀ ਨੂੰ, ਪ੍ਰਮਾਤਮਾ ਨੂੰ ਤੂੰ ਆਪਣੇ ਮਨ ਵਿੱਚ ਵਸਾਇਆ ਨਹੀਂ। ਸਰੀਰ ਦਾ ਮਨੋਰਥ ਇਹੀ ਆ, ਇਹ ਸਰੀਰ ਸਾਨੂੰ ਮਿਲਿਆ ਇਸ ਕੰਮ ਲਈ ਹੈ ਕਿ ਅਸੀਂ ਇਸ ਦਾ ਇਸਤੇਮਾਲ ਕਰਕੇ ਆਪਣੇ ਮਨ ਵਿੱਚ ਉਸ ਪ੍ਰਮਾਤਮਾ ਨੂੰ ਵਸਾ ਲਈਏ। ਕਿਉਂਕਿ ਇਸ ਸਰੀਰ ਦੇ ਵਿੱਚ ਆ ਕੇ ਅਸੀਂ ਹਰੀ ਦਾ ਨਾਮ ਉਚਾਰਨ ਕਰ ਸਕਦੇ ਹਾਂ, ਉਸ ਪ੍ਰਮਾਤਮਾ ਦੀ ਆਰਾਧਨਾ ਕਰ ਸਕਦੇ ਹਾਂ। ਇਸ ਮਨੁੱਖੇ ਜਾਮੇ ਦੇ ਵਿੱਚ ਸਾਨੂੰ ਸਾਰਾ ਗਿਆਨ ਦਿੱਤਾ ਹੋਇਆ ਆ, ਗੁਰੂ ਪਾਸੋਂ ਗਿਆਨ ਮਿਲਦਾ ਆ ਕਿ ਕਿਵੇਂ ਅਸੀਂ ਆਪਣੇ ਮਨ ਨੂੰ ਪ੍ਰਮਾਤਮਾ ਵਿੱਚ ਸਮਾਉਣਾ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਹਰੀ ਮਨ ਵਿੱਚ ਵਸਦਾ ਹੈ ਫਿਰ। ਤੇ ਇਹ ਜਿਹਦੇ ਪੂਰਬਲੇ ਭਾਗ ਚੰਗੇ ਹੋਣ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਹੁਣ ਇੱਥੇ ਅੱਗੇ ਵੀ ਕਈ ਵਾਰੀ ਵਿਚਾਰ ਕੀਤੀ ਹੈ ਸੰਗਤ ਵਿੱਚ ਕਿ ਜਿਹੜੇ ਭਾਗ ਆ, ਕਈ ਵਾਰੀ ਕਹਿ ਦਿੰਦੇ ਲੋਕੀ ਕਿ ਮੈਨੂੰ ਕਿਵੇਂ ਪਤਾ ਕਿ ਮੇਰੇ ਭਾਗ ਚੰਗੇ ਆ ਪਿਛਲੇ ਕਿ ਨਹੀਂ, ਕਿ ਮੈਨੂੰ ਸਫਲਤਾ ਇਸ ਮਾਰਗ ਤੇ ਮਿਲੂਗੀ। ਪੂਰਬਲੇ ਭਾਗ ਜਿਹੜੇ ਆ, ਜ਼ਰੂਰੀ ਨਹੀਂ ਹੁੰਦਾ ਕਿ ਇਹਦਾ ਮਤਲਬ ਇਹ ਹੈ ਕਿ ਜਿਹਨੇ ਪਿਛਲੇ ਜਨਮਾਂ ਦੇ ਚੰਗੇ ਕੰਮ ਕੀਤੇ ਹੋਏ ਆ। ਇਹ ਸਮਾਂ ਚੱਲਦਾ ਜਾ ਰਿਹਾ ਆ, ਇਸ ਜੀਵਨ ਦੇ ਵਿੱਚ ਵੀ ਅਸੀਂ ਇਹ ਭਾਗ ਹੁਣ ਵੀ ਬਣਾ ਸਕਦੇ ਹਾਂ। ਇਹ ਭਾਗ ਜਿਹੜੇ ਆ ਸਾਡੀ ਮਿਹਨਤ, ਸਾਡੇ ਗੁਰੂ ਸਾਹਿਬ ਨੂੰ ਆਪਣੇ ਆਪ ਭਾਵ ਜਿਹੜਾ ਹਉਮੈ ਸਾਡੀ ਸਮਰਪਣ ਕਰਨ ਨਾਲ, ਗੁਰੂ ਸਾਹਿਬ ਦੇ ਸਿੱਖਿਆ ਅਨੁਸਾਰ ਚੱਲਣ ਨਾਲ ਇਹ ਭਾਗ ਜਿਹੜੇ ਆ ਇਹ ਲਿਖੇ ਜਾ ਸਕਦੇ ਆ। ਮਹਾਰਾਜ ਸਾਨੂੰ ਇਹ ਬਖਸ਼ਿਸ਼ ਕਰ ਸਕਦੇ ਹੁਣ ਵੀ। ਸੋ ਇਹ ਫਿਕਰ ਨਹੀਂ ਸਾਨੂੰ ਕਰਨਾ ਚਾਹੀਦਾ ਕਿ ਮੇਰੇ ਪੂਰਬਲੇ ਭਾਗ ਹੈ ਕਿ ਨਹੀਂ। ਮਹਾਰਾਜ ਇਹ ਸਾਨੂੰ ਭਾਗ ਵੀ ਬਖਸ਼ ਸਕਦੇ ਆ। ਜਿਹੜਾ ਏਮ ਆ ਸਾਡਾ ਮਨ ਦਾ ਭਾਵਨਾ ਕਿਹੋ ਜਿਹੀ ਆ, ਪਰਮਾਤਮਾ ਨੂੰ ਮਿਲਣਾ ਚਾਹੁੰਦਾ ਵੀ ਹੈ ਕਿ ਨਹੀਂ, ਉਹਦੇ ਤੇ ਮਨਸਰ ਆ। ਕਿਹੋ ਜਿਹੇ ਸਾਡਾ ਇੱਛਾ ਆ, ਕਿੰਨਾ ਸਾਡੇ ਅੰਦਰ ਵੈਰਾਗ ਆ, ਕਿੰਨਾ ਅਸੀਂ ਚਾਹੁੰਦੇ ਹਾਂ ਪ੍ਰਮਾਤਮਾ ਨੂੰ ਮਿਲਾਪ ਕਰਨਾ। ਜੇਕਰ ਸਾਡੇ ਵਿੱਚ ਹੈ ਹੀ ਨਹੀਂ ਇੱਛਾ ਤੇ ਫਿਰ ਤਾਂ ਹੌਲੀ ਹੌਲੀ ਚੱਲਦੇ ਹਾਂ ਤੇ ਫਿਰ ਹੌਲੀ ਹੌਲੀ ਜਾ ਕੇ ਮਿਲਾਪ ਹੋ ਜਾਊਗਾ। ਜੇ ਸਾਡੇ ਅੰਦਰ ਬਹੁਤ ਤੜਫ ਆ, ਪਿਆਰ ਆ, ਮਿਲਾਪ ਕਰਨਾ ਚਾਹੁੰਦੇ ਆ, ਤੇ ਫਿਰ ਜਿਹੜਾ ਇਹ ਮਕਸਦ ਆ ਇਹਨੂੰ ਹਾਸਲ ਕਰਨਾ ਸਾਨੂੰ ਸੌਖਾ ਹੋ ਜਾਂਦਾ। ਇਹ ਸਾਡੇ ਪਿਆਰ ਤੇ ਮਨਸਰ ਆ। ਮਹਾਰਾਜ ਕਹਿੰਦੇ ਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਤਲਾਇਆ। ਫਿਰ ਮਹਾਰਾਜ ਕਹਿੰਦੇ ਕਿ ਜਿਹੜਾ ਇਹ ਸਰੀਰ ਸਾਨੂੰ ਦਿੱਤਾ ਹੋਇਆ ਨਾ, ਇਹ ਪ੍ਰਵਾਨ ਹੋ ਜਾਂਦਾ ਆ ਜਿਹਨੇ ਸਤਿਗੁਰ ਨਾਲ ਚਿੱਤ ਲਾ ਲਿਆ। ਅਰਥਾਤ ਕਿ ਜਿਹੜਾ ਮਨ ਆ ਉਹ ਜੁੜ ਜਾਂਦਾ ਪ੍ਰਮਾਤਮਾ ਦੇ ਨਾਲ। ਫਿਰ ਇਹ ਜਿਹੜਾ ਫਿਜ਼ੀਕਲ ਬਾਡੀ ਵੀ ਹੈ ਸਾਡੀ, ਇਹ ਵੀ ਪ੍ਰਵਾਨ ਹੋ ਜਾਂਦੀ ਹੈ। ਹੁਣ ਜੇਕਰ ਸਾਡੇ ਅੰਦਰ ਇਹ ਭਾਵਨਾ ਹੀ ਨਹੀਂ ਹੈਗੀ ਕਿ ਪ੍ਰਮਾਤਮਾ ਨੂੰ ਮਿਲਣਾ, ਸਮਾਂ ਤਾਂ ਲੰਘਦਾ ਜਾ ਰਿਹਾ ਆ। ਉਹ ਪੁਆਇੰਟ ਐਕਸ ਕਹਿ ਲਓ, ਪੁਆਇੰਟ ਜਿੱਥੇ ਸਾਡੇ ਮਰਨਾ ਹੋਣਾ ਆ, ਜਿੱਥੇ ਮੌਤ ਹੋਣੀ ਆ, ਅਸੀਂ ਸਰੀਰ ਨੂੰ ਛੱਡਣਾ ਆ, ਉਹ ਤਾਂ ਤੈਅ ਹੋ ਚੁੱਕਾ ਆਲਰੇਡੀ। ਮਹਾਰਾਜ ਨੇ ਕਹਿ ਦਿੱਤਾ ਗਣ ਘਾਲੇ ਸਭ ਦੇ ਵਿਸਾਸ ਨੇ ਵੱਢਣ ਘਟਨ ਤਲਸਾਰ, ਕਿ ਗਿਣ ਕੇ ਸਾਨੂੰ ਸਮਾਂ ਦੇ ਦਿੱਤਾ ਆ, ਸਵਾਸ ਦੇ ਦਿੱਤੇ ਆ, ਦਿਨ ਦੇ ਦਿੱਤੇ ਆ, ਤੇ ਉਹ ਓਨਾ ਹੀ ਰਹਿਣਾ ਹੈ, ਉਹ ਵੱਧਣਾ ਘਟਣਾ ਨਹੀਂ। ਮਹਾਰਾਜ ਸਾਨੂੰ ਸਮਝਾਉਂਦੇ ਆ
ਕਿ ਜੇਕਰ ਅਸੀਂ ਅਭਿਆਸ ਨਹੀਂ ਕਰਦੇ, ਸਾਨੂੰ ਨੋਟ ਕਰ ਲੈਣਾ ਚਾਹੀਦਾ ਕਿ ਸਾਡਾ ਜਿਹੜਾ ਇਹ ਸਮਾਂ ਆ ਚੱਲ ਰਿਹਾ, ਇਹ ਸਾਡੇ ਜਿਹੜੇ ਆਯੂ ਆ ਘਟ ਰਹੀ ਹੈ। ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਕਰੀਆਂ, ਆਵ ਘਟੈ ਤਨ ਛੀਜੈ। ਸਰੀਰ ਜਿਹੜਾ ਕਮਜ਼ੋਰ ਹੁੰਦਾ ਜਾ ਰਿਹਾ ਹੈ, ਜਿਹੜੇ ਜਵਾਨੀ ਦੇ ਵਿੱਚ ਆ ਉਹਨਾਂ ਦੇ ਧੌਲੇ ਆ ਰਿਹਾ ਹੈ, ਜਿਹੜੇ ਬੁਢੇਪੇ ਦੇ ਵਿੱਚ ਪ੍ਰਵੇਸ਼ ਹੋ ਚੁੱਕੇ ਆ ਬਿਰਧ ਅਵਸਥਾ ਦੇ ਵਿੱਚ, ਉਹਨਾਂ ਨੂੰ ਵੀ ਪਤਾ ਕਿ ਐਂਡ ਆ ਰਿਹਾ ਹੈ। ਕਾਲ ਨੇ ਘੇਰਾਬੰਦੀ ਕੀਤੀ ਹੋਈ ਹੈ ਸਾਡੇ ਮਨ ਦੁਆਲੇ। ਸਾਡਾ ਮਨ ਆਉਂਦਾ ਇੱਥੇ ਰਜੋਗੁਣ ਤੇ ਅਰਥਚਾਰਾ ਲੈਣ ਵਾਸਤੇ, ਆਪਣਾ ਇੱਥੇ ਸਰੀਰ ਨੂੰ ਪਾਲਣ ਵਾਸਤੇ ਤ੍ਰੈਗੁਣਾਂ ਦੇ ਵਿੱਚ ਆਉਂਦਾ ਹੈ ਸਾਡਾ ਮਨ। ਕਾਲ ਨੇ ਜਾਲ ਵਿਛਾਇਆ ਹੋਇਆ ਜਿਸ ਦੇ ਵਿੱਚ ਸਾਡਾ ਮਨ ਪੰਛੀ ਦੀ ਨਿਆਈ ਫਸ ਜਾਂਦਾ। ਮਹਾਰਾਜ ਕਹਿੰਦੇ ਕਾਲ ਅਹੇਰੀ ਫਿਰੈ ਬਦਕ ਜਿਉ, ਕਿਹੋ ਕਵਨ ਬਿਧ ਕੀਜੈ। ਕਾਲ ਜਿਹੜਾ ਆ ਇੱਕ ਹੰਟਰ ਵਾਂਗ ਇਹ ਆਲੇ ਦੁਆਲੇ ਫਿਰਦਾ ਆ, ਸਾਨੂੰ ਵੇਖ ਰਿਹਾ ਆ। ਜਦੋਂ ਸਮਾਂ ਆਇਆ ਫਿਰ ਇਹਨੇ ਸਾਨੂੰ ਪਕੜ ਲੈਣਾ। ਮਹਾਰਾਜ ਕਹਿੰਦੇ ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ, ਕਹਿਓ ਕਉ ਹੈ ਕਾਕਾ। ਕਹਿੰਦੇ ਉਹ ਜਿਹੜਾ ਸਮਾਂ ਆ ਰਿਹਾ ਆ, ਅਸੀਂ ਆਲੇ ਦੁਆਲੇ ਦੇਖਦੇ ਹਾਂ, ਸਾਡੇ ਪਰਿਵਾਰ ਦੇ ਮੈਂਬਰ ਸਾਨੂੰ ਦੱਸਦੇ ਆ, ਕਹਿੰਦੇ ਮਾਤਾ ਪਿਤਾ ਭਾਈ ਬੱਚੇ, ਸਾਡੇ ਵਾਈਫ ਜਾਂ ਸਾਡਾ ਹਸਬੈਂਡ, ਡਿਪੈਂਡ ਕਰਦਾ ਕਿਹੜਾ ਰੋਲ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ। ਕਹਿੰਦੇ ਕੌਣ ਕਿਸ ਦਾ ਹੈ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੁਝੈ। ਕਹਿੰਦੇ ਜਿੰਨਾ ਚਿਰ ਤੱਕ ਸਾਡੇ ਸਰੀਰ ਦੇ ਵਿੱਚ ਜੋਤ ਆ, ਅਸੀਂ ਇਸ ਸਰੀਰ ਦੁਆਰਾ ਫਿਰ ਇਸ ਸੰਸਾਰ ਵਿੱਚ ਵਿਚਰਦੇ ਹਾਂ, ਸਾਨੂੰ ਆਪਣਾ ਭੇਦ ਨਹੀਂ ਆਉਂਦਾ। ਸਾਨੂੰ ਪਸ਼ੂ ਕਹਿ ਦਿੱਤਾ, ਅਸੀਂ ਆਪਣੇ ਆਪ ਦੇ ਸੋਝੀ ਨਹੀਂ ਲੈਂਦੇ, ਆਪਣੇ ਆਪ ਨੂੰ ਬੁੱਝਦੇ ਨਹੀਂ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੁਝੈ। ਕਹਿੰਦੇ ਕਿ ਅਸੀਂ ਲਾਲਚ ਦੇ ਵਿੱਚ ਪਏ ਹੋਏ ਹਾਂ ਸੰਸਾਰ ਵਿੱਚ, ਤੇ ਜਿਹੜੇ ਜੀਵਨ ਦੀ ਪਦਵੀ ਆ, ਪ੍ਰਮਾਤਮਾ ਦੀ ਪ੍ਰਾਪਤੀ ਆ, ਪ੍ਰਮਾਤਮਾ ਦੀ ਪ੍ਰਾਪਤੀ ਸਾਡੇ ਜੀਵਨ ਦਾ ਮਨੋਰਥ ਆ। ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੁਝੈ। ਇੱਥੇ ਕੀ ਕਰਦੇ ਹਾਂ ਅਸੀਂ, ਜਿਹੜਾ ਜੀਵਨ ਦੇ ਵਿੱਚ, ਲਾਈਫ ਦੇ ਵਿੱਚ ਆਪਣਾ ਜਿਹੜਾ ਸਟੇਟਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮਾਇਆ ਦੇ ਵਿੱਚ, ਉਹ ਜਿਹੜਾ ਪ੍ਰਮਾਤਮਾ ਦੀ ਪ੍ਰਾਪਤੀ ਦੀ ਗੱਲ ਆ, ਉਹਦੇ ਤੋਂ ਅਸੀਂ ਕੋਹਾਂ ਦੂਰ ਆ। ਅੱਖਾਂ ਦੁਆਰਾ ਅਸੀਂ ਅਸਲੀਅਤ ਨੂੰ ਦੇਖਦੇ ਨਹੀਂ, ਸਾਨੂੰ ਸੋਝੀ ਨਹੀਂ ਹੁੰਦੀ। ਫਿਰ ਭਗਤ ਕਬੀਰ ਜੀ ਕਹਿੰਦੇ ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਨਾ। ਮਾਇਆ ਇਹ ਭਰਮ ਆ, ਭਰਮ ਦੇ ਵਿੱਚ ਅਸੀਂ ਪਏ ਹੋਏ ਹਾਂ। ਤੇ ਮਹਾਰਾਜ ਕਹਿੰਦੇ ਆ ਕੇਵਲ ਨਾਮ ਜਪੋ ਤੇ ਇੱਕ ਦੀ ਸ਼ਰਨ ਵਿੱਚ ਚਲੇ ਜਾ। ਉਹ ਇੱਕ ਕੌਣ ਆ? ਪਰਮਾਤਮਾ, ਜੋ ਨਿਰਗੁਣ ਸਰੂਪ ਆ, ਜਿਸ ਨੇ ਸਾਡੀ ਰਚਨਾ ਕੀਤੀ। ਉਹਦੀ ਸ਼ਰਨ ਵਿੱਚ ਪੈ ਜਾਓ। ਜੇ ਨਹੀਂ ਉਹਨੂੰ ਮਿਲਦੇ ਐਂਡ ਆਉਣ ਤੋਂ ਪਹਿਲਾਂ, ਸਾਨੂੰ ਫਿਰ ਵਾਰ-ਵਾਰ ਆਉਣਾ ਪਊਗਾ, ਤੇ ਇਹ ਵੀ ਨਹੀਂ ਪਤਾ ਕਿ ਮਨੁੱਖਾ ਜਾਮਾ ਮਿਲਣਾ ਕਿ ਨਹੀਂ। ਸੋ ਜਿੱਥੇ ਅਸੀਂ ਮਨਾਉਂਦੇ ਹਾਂ ਕਿ ਨਵਾਂ ਸਾਲ ਆ ਗਿਆ, ਜਾਂ ਅਸੀਂ ਮਨਾਉਂਦੇ ਹਾਂ ਕੋਈ ਵੀ ਮਾਈਲਸਟੋਨ ਲਾਈਫ ਦੇ ਵਿੱਚ, ਸਾਨੂੰ ਇਹ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਹੁਣ ਇਹਦੇ ਵਿੱਚ ਗੱਲ ਇੱਕ ਦੱਸਦੇ ਹਾਂ, ਆਮ ਜਿਹੜੇ ਮਨੁੱਖ ਆ, ਜਿਹੜੇ ਸੰਗਤ ਨਹੀਂ ਕਰਦੇ, ਉਹਨਾਂ ਨੂੰ ਇਹ ਵਿਚਾਰ ਬਿਲਕੁਲ ਅੱਛੀ ਨਹੀਂ ਲੱਗਦੀ। ਮੌਤ ਦੀ ਗੱਲ ਕਰਨੀ, ਮਰਨ ਬਾਰੇ ਗੱਲ ਕਰਨੀ, ਜਿਹੜਾ ਮਨਮੁਖ ਹੁੰਦਾ ਆ ਉਹਨੂੰ ਬਿਲਕੁਲ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਮਹਾਰਾਜ ਦੱਸਦੇ ਆ ਉਹਦੇ ਪਿੱਛੇ ਕਾਰਨ ਕੀ ਹੈ, ਕਿ ਜਿਹੜਾ ਮਨਮੁਖ ਆ ਉਹ ਜ਼ਿੰਦਗੀ ਦੀ ਅਸਲੀਅਤ ਨੂੰ ਫੇਸ ਨਹੀਂ ਕਰਨਾ ਚਾਹੁੰਦਾ, ਜ਼ਿੰਦਗੀ ਦੀ ਅਸਲੀਅਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਤਾਂ ਮਨਮੁਖ ਨੂੰ ਕਹਿ ਦਿੱਤਾ ਕਾਇਰ, ਇਹ ਡਰਪੋਕ ਆ ਮਨਮੁਖ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਮ ਹੈ ਨਕ ਨਾਹੇ। ਕਹਿੰਦੇ ਕਿ ਮਨਮੁਖ ਬੜਾ ਕਰੂਪ ਸ਼ਕਲ ਵਾਲਾ ਆ, ਮਤਲਬ ਕਿ ਉਹਦਾ ਸਰੂਪ ਜਿਹੜਾ ਆ ਉਹ ਬੜਾ ਅਗਲੀ ਆ, ਸੋਹਣਾ ਨਹੀਂ। ਕਹਿੰਦੇ ਮਨਮੁਖ ਕਾਇਰ ਵੀ ਆ, ਡਰਪੋਕ ਆ। ਮਨਮੁਖ ਕਾਇਰ ਕਰੂਪ ਹੈ, ਬਿਨ ਨਾਮ ਹੈ ਨਕ ਨਾਹੇ। ਕਾਇਰ ਤਾਂ ਆ ਕਿਉਂਕਿ ਇਸ ਅਸਲੀਅਤ ਦਾ ਸਾਹਮਣਾ ਨਹੀਂ ਕਰ ਸਕਦਾ।
ਗੁਰਮੁਖ ਜਿਹੜੇ ਆ ਉਹਨਾਂ ਨੂੰ ਪਤਾ ਆ ਮੌਤ ਨੇ ਆਉਣਾ ਆ, ਕਿ ਮਹਾਰਾਜ ਨੇ ਤਾਂ ਸਮਝਾ ਹੀ ਦਿੱਤਾ ਇਸ ਰਾਹ 'ਤੇ ਕਿ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਕਿ ਜੀਵਨ ਦੀ ਆਸ ਛੱਡ ਦੇ, ਕਿਉਂਕਿ ਪਤਾ ਹੀ ਹੈ ਮਰਨਾ ਆ, ਇਹਨੂੰ ਕਬੂਲ ਕਰ ਲਾ ਕਿ ਮੌਤ ਨੇ ਤਾਂ ਆਉਣਾ ਆ। ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਚਿੰਤਾ ਨਹੀਂ ਕਰਨੀ ਇਸ ਗੱਲ ਦੀ ਕਿ ਮੌਤ ਨੇ ਆਉਣਾ। ਕਈ ਕੀ ਕਰਦੇ ਆ ਕਿ ਉਹ ਮੌਤ ਬਾਰੇ ਸੋਚਣ ਲੱਗ ਪੈਂਦੇ, ਸਮਾਂ ਲਾਗੇ ਆ ਰਿਹਾ ਆ, ਉਹ ਚਿੰਤਾ ਦੇ ਵਿੱਚ ਚਲੇ ਜਾਂਦੇ। ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਇਹਨੂੰ ਯਾਦ ਰੱਖੋ ਕਿ ਮੌਤ ਨੇ ਆਉਣਾ ਆ। ਜਿਹੜਾ ਇਹ ਸੰਸਾਰ ਆ, ਇੱਥੇ ਥਿਰ ਤਾਂ ਕੋਈ ਵੀ ਨਹੀਂ, ਕੋਈ ਵੀ ਇਸ ਸੰਸਾਰ ਵਿੱਚ ਥਿਰ ਨਹੀਂ ਹੈ। ਤੇ ਮਹਾਰਾਜ ਨੇ ਦੱਸਿਆ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਕਿ ਚਿੰਤਾ ਉਸ ਗੱਲ ਦੀ ਕਰੋ ਜਿਹੜੀ ਅਨਹੋਨੀ ਆ। ਅਨਹੋਨੀ ਦਾ ਮਤਲਬ ਕਿ ਜਿਹੜੀ ਇੰਪੋਸੀਬਲ ਆ, ਜਿਹੜੀ ਹੋਣੀ ਨਹੀਂ। ਮੌਤ ਨੇ ਤਾਂ ਹੋਣਾ ਹੀ ਆ, ਉਹਦੀ ਚਿੰਤਾ ਨਾ ਕਰੋ, ਉਹਨੂੰ ਯਾਦ ਰੱਖੋ ਕਿ ਇਸ ਨੇ ਆਉਣਾ ਆ, ਇੱਕ ਦਿਨ ਜਾਣਾ ਪੈਣਾ ਇੱਥੋਂ। ਇਹਦੇ ਨਾਲ ਕੀ ਹੋਊਗਾ ਕਿ ਸਾਡਾ ਮੋਹ, ਅਟੈਚਮੈਂਟ ਜਿਹੜੀ ਹੈ ਸੰਸਾਰ ਨਾਲ ਥੋੜ੍ਹੀ ਜਿਹੀ ਘੱਟ ਜਾਊਗੀ। ਸੰਸਾਰ ਦੇ ਵਿੱਚ ਅਸੀਂ ਰਹਿਣਾ ਵੀ ਆ। ਮਹਾਰਾਜ ਕਹਿੰਦੇ ਆ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਕਿ ਇਹਦੇ ਵਿੱਚ ਅਸੀਂ ਮੁਕਤ ਹੋਣਾ ਹੈ। ਇਹਦੇ ਨਾਲ ਇੰਨੀ ਕੀ ਅਟੈਚਮੈਂਟ ਜੇ ਅਸੀਂ ਪਾਉਣੀ ਆ, ਉਨੀ ਕੁ ਪਾਉਣੀ ਜਿਹੜੇ ਪਿਆਰ ਦੇ ਰੂਪ ਦੇ ਵਿੱਚ ਆ, ਜਿਹੜਾ ਅਸਲੀ ਪਿਆਰ ਆ ਅਧਿਆਤਮਿਕ ਤੌਰ 'ਤੇ, ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਹਾਂ, ਸੰਸਾਰ ਵਿੱਚ ਰਹਿ ਰਹੇ ਹਾਂ, ਸਭ ਨਾਲ ਪਿਆਰ ਨਾਲ ਵਰਤਦੇ ਹਾਂ। ਸਾਡੀ ਜਿਹੜੀ ਸਥਿਤੀ ਆ ਮਨ ਦੀ, ਜੇਕਰ ਅਸੀਂ ਗੁਰਮਤਿ ਨਹੀਂ ਧਾਰਨ ਕਰਦੇ, ਅਸੀਂ ਆਪਣੇ ਜਿਹੜੇ ਇਹ ਰਿਸ਼ਤੇ ਆ ਸੰਸਾਰ ਵਿੱਚ, ਇਹਨਾਂ ਨੂੰ ਨਿਭਾਉਣ ਦੀ ਜਗ੍ਹਾ ਅਸੀਂ ਇਹਨਾਂ ਨੂੰ ਵੀ ਤੋੜ ਲੈਂਦੇ ਹਾਂ। ਕਿਸੇ ਨਾਲ ਨਫ਼ਰਤ ਪਾ ਲੈਂਦੇ ਆ, ਕਦੇ ਕਿਸੇ ਨੂੰ ਮਾੜਾ ਕੁਝ ਕਹਿ ਦਿੱਤਾ, ਕਿਸੇ ਦਾ ਮਾੜਾ ਸੁਣ ਲਿਆ, ਫਿਰ ਫਟਾਫਟ ਆਪਸ ਵਿੱਚ ਹੀ ਆਪਣਾ ਨਾਤਾ ਤੋੜ ਦਿੰਦੇ ਆ। ਇਹ ਰਿਸ਼ਤੇ ਸਾਨੂੰ ਮਹਾਰਾਜ ਨੇ ਦਿੱਤੇ ਹੋਏ ਨਿਭਾਉਣ ਲਈ। ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਨਾ ਆ ਕਿ ਅਸਲੀ ਪਿਆਰ ਦਾ ਰੂਪ ਦਈਏ, ਜਿਹੜਾ ਅਧਿਆਤਮਿਕ ਤੌਰ 'ਤੇ ਹੁੰਦਾ ਆ, ਸਰੀਰ ਤੋਂ ਵੀ ਉੱਪਰ ਉੱਠ ਕੇ, ਜਿਸ ਦੁਆਰਾ ਅਸੀਂ ਅਗਲੇ ਨੂੰ ਦੇਖਦੇ ਹਾਂ, ਅਗਲੇ ਨੂੰ ਇਸ ਮਾਰਗ 'ਤੇ ਚਾਹੁੰਦੇ ਹਾਂ ਕਿ ਚੱਲੇ, ਕਿ ਅਸੀਂ ਸਾਰੇ ਪ੍ਰਮਾਤਮਾ ਨਾਲ ਮਿਲਾਪ ਕਰੀਏ। ਫਿਰ ਉੱਥੇ ਜਾ ਕੇ ਵਿਛੋੜਾ ਨਹੀਂ ਕਦੇ ਹੁੰਦਾ। ਹੁਣ ਜੇਕਰ ਅਸੀਂ ਇਸ ਸੰਸਾਰ ਵਿੱਚ ਵਿਚਰਦੇ ਹਾਂ ਅਤੇ ਹਰੇਕ ਨਾਲ ਵਿਗਾੜਦੇ ਹਾਂ, ਅਤੇ ਮਹਾਰਾਜ ਨੇ ਤਾਂ ਦੱਸਿਆ ਹੋਇਆ ਕਿ ਇਹ ਕਈ ਜਨਮਾਂ ਲਈ ਅਸੀਂ ਇੱਦਾਂ ਹੀ ਦੁਬਿਧਾ ਦੇ ਵਿੱਚ ਗੁਜ਼ਾਰ ਦਿੱਤਾ। ਇਹ ਆਹੂ ਜੁਗਤ ਬਿਹਾਨੇ ਕਈ ਜਨਮ। ਮਹਾਰਾਜ ਕਹਿੰਦੇ ਆ ਕਿ ਅਸੀਂ ਕਈ ਜਨਮ ਗੁਜ਼ਾਰ ਚੁੱਕੇ ਹਾਂ। ਕਿਵੇਂ? ਮਹਾਰਾਜ ਕਹਿੰਦੇ ਆ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਤਰੋ, ਇਹ ਆਹੂ ਜੁਗਤ ਬਿਹਾਨੇ ਕਈ ਜਨਮ। ਕਈ ਜਨਮ ਅਸੀਂ ਇਸ ਤਰੀਕੇ ਨਾਲ ਲੰਘਾ ਲਿਆ। ਇਹ ਦੇਖ ਲਓ ਕਿ ਅਸੀਂ ਆਹ ਵੀ ਜਨਮ ਐਸੀ ਤਰੀਕੇ ਨਾਲ ਤਾਂ ਨਹੀਂ ਨਿਭਾ ਰਹੇ, ਐਸੀ ਤਰ੍ਹਾਂ ਤਾਂ ਨਹੀਂ ਗੁਜ਼ਾਰ ਰਹੇ ਕਿ ਅਸੀਂ ਹਜੇ ਵੀ ਬੈਰ ਵਿਰੋਧ ਕਿਸੇ ਨਾਲ ਕਰਦੇ ਹਾਂ, ਕਾਮ ਕ੍ਰੋਧ ਮੋਹ ਦੇ ਵਿੱਚ ਫਸੇ ਹੋਏ ਹਾਂ, ਝੂਠ ਦੇ ਵਿੱਚ ਫਸੇ ਹੋਏ ਹਾਂ, ਵਿਕਾਰਾਂ ਦੇ ਵਿੱਚ ਫਸੇ ਹੋਏ ਹਾਂ, ਲੋਭ ਦੇ ਵਿੱਚ ਧਰੋਹ ਕਰਦੇ ਹਾਂ ਦੂਜਿਆਂ ਨਾਲ। ਇੱਦਾਂ ਤਾਂ ਨਹੀਂ ਅਸੀਂ ਆਪਣੇ ਜੀਵਨ ਗੁਜ਼ਾਰ ਰਹੇ। ਜੇਕਰ ਸਾਡੇ ਵਿੱਚ ਐਸੀ ਭਾਵਨਾਵਾਂ ਹੈ, ਫਿਰ ਦੁਬਾਰਾ ਜਦੋਂ ਆਉਣਾ ਪਏ ਅਤੇ ਜੇ ਮਨੁੱਖਾ ਜਾਮਾ ਨਾ ਮਿਲੇ, ਫਿਰ ਅਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ। ਫਾਲਟ ਸਾਡੀ ਆਪਣੀ ਹੀ ਹੈ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਕਿਸੇ ਨੂੰ ਮਾੜਾ ਕਿਉਂ ਕਹਿਣਾ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਨਰਕ ਨੂੰ ਜਾਣਾ ਪੈ ਜਾਊਗਾ, ਨਿੰਦਿਆ ਵੀ ਨਾ ਕਿਸੇ ਦੀ ਕਰੋ, ਨਾ ਸੁਣੋ। ਮਹਾਰਾਜ ਸਾਨੂੰ ਤਾਂ ਵਾਰ-ਵਾਰ ਸਮਝਾ ਰਹੇ ਆ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਕਿ ਇਸ ਮਾਰਗ 'ਤੇ ਸੰਸਾਰ ਦੇ ਵਿੱਚ ਕੋਈ ਥਿਰ ਨਹੀਂ ਹੈਗਾ, ਕਿਸੇ ਨੇ ਇੱਥੇ ਸਦੀਵੀ ਰਹਿਣਾ ਨਹੀਂ। ਜਿਹੜਾ ਇਸ ਗੱਲ ਨੂੰ ਯਾਦ ਰੱਖੂਗਾ, ਫਿਰ ਉਹ ਜੀਵਨ ਆਪਣਾ ਸੋਹਣਾ ਗੁਜ਼ਾਰ ਲੈਂਦਾ ਆ, ਪਿਆਰ ਦੇ ਵਿੱਚ ਸਤੋਗੁਣ 'ਤੇ ਜਾ ਕੇ, ਅਤੇ ਉਹ ਨਾਮ ਨਾਲ, ਪ੍ਰਮਾਤਮਾ ਨਾਲ ਜੁੜਦਾ ਆ।
ਤੇ ਜਿਹੜੇ ਨਹੀਂ ਉਹ ਚਿੰਤਾ ਤਾਂ ਚਲੋ ਨਹੀਂ ਮੌਤ ਦੀ ਕਰਦੇ ਹੋਣਗੇ, ਪਰ ਉਹਨਾਂ ਨੂੰ ਚੇਤੇ ਵੀ ਨਹੀਂ ਕਿ ਮੌਤ ਆਉਣੀ ਆ। ਉਹ ਕਿਵੇਂ ਗੁਜ਼ਾਰਦੇ ਆ? ਮਹਾਰਾਜ ਕਹਿੰਦੇ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਹੁਣ ਇੱਕ ਪਾਸੇ ਮਹਾਰਾਜ ਨੇ ਕਿਹਾ ਕਿ ਹੱਸਣਾ ਵੀ ਹੈ, ਖੇਡਣਾ ਹੈ ਸੰਸਾਰ ਵਿੱਚ, ਪਿਆਰ ਤੁਸੀਂ ਕਰ ਸਕਦੇ ਹੋ ਹਰੇਕ ਨਾਲ। ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹੱਸਣਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਪਰ ਉਹ ਇਸ ਤਰੀਕੇ ਨਾਲ ਹੁੰਦਾ ਕਿ ਅਸੀਂ ਭੁੱਲਦੇ ਨਹੀਂ ਕਿ ਮੌਤ ਨੇ ਆਉਣਾ ਹੈ, ਚਿੰਤਾ ਉਹਦੀ ਨਹੀਂ ਕਰਦੇ। ਪਰ ਦੂਜੇ ਪਾਸੇ ਕਈ ਹੋਰ ਵੀ ਆ, ਉਹ ਵੀ ਖਾਂਦੇ ਪੀਂਦੇ ਹੱਸਦੇ ਆ ਇੱਥੇ ਸੰਸਾਰ ਵਿੱਚ, ਪਰ ਉਹ ਮੌਤ ਨੂੰ ਭੁੱਲ ਜਾਂਦੇ ਆ। ਮੌਤ ਨੂੰ ਵੀ ਭੁੱਲ ਗਏ, ਪ੍ਰਮਾਤਮਾ ਨੂੰ ਵੀ ਭੁੱਲ ਜਾਂਦੇ ਆ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਉਹ ਜੀਵਨ ਫਿਰ ਤ੍ਰਿਗ ਗਿਆ, ਰਹਿਣਾ ਤਾਂ ਹੈ ਨਹੀਂ ਸੰਸਾਰ ਵਿੱਚ। ਪਰਮਾਤਮਾ ਨੂੰ ਅਸੀਂ ਭੁੱਲ ਜਾਂਦੇ ਹਾਂ ਅਤੇ ਫਿਰ ਅਸੀਂ ਆਪਣੇ ਮਨ ਨੂੰ ਖੁਆਰ ਕਰ ਦਿੰਦੇ ਹਾਂ ਇਸ ਤਰੀਕੇ ਦੇ ਨਾਲ। ਤਾਂ ਹੀ ਅਸੀਂ ਆਪਣੇ ਮਨ ਨੂੰ ਨਾ ਮਾਇਆ ਤੋਂ ਸੰਕੋਚ ਕੇ ਰੱਖਣਾ ਹੈ। ਜੇਕਰ ਅਸੀਂ ਆਪਣੇ ਮਨ ਨੂੰ ਥੋੜ੍ਹਾ ਜਿਹਾ ਸਮਝਾਈਏ ਕਿ ਸਮਾਂ ਤਾਂ ਚੱਲ ਰਿਹਾ ਭਾਈ, ਅਤੇ ਹਜੇ ਪਰਮਾਤਮਾ ਨਾਲ ਮਿਲਾਪ ਨਹੀਂ ਹੋਇਆ ਅਤੇ ਸਾਨੂੰ ਹੋਰ ਮਿਹਨਤ ਕਰਨੀ ਚਾਹੀਦੀ ਆ। ਗੱਲ ਕੀ ਆ, ਜੇ ਅਸੀਂ ਮਿਹਨਤ ਕਰ ਰਹੇ ਹਾਂ ਅਤੇ ਫਿਰ ਵੀ ਨਹੀਂ ਮਿਲਾਪ ਹੋ ਰਿਹਾ, ਕਿ ਸਾਡੇ 'ਚ ਖਾਮੀਆਂ ਕਿਹੜੀਆਂ ਆ। ਇਹ ਤਾਂ ਨਹੀਂ ਕਿ ਅਸੀਂ ਛੋਟੀ ਛੋਟੀ ਗੱਲ ਪਿੱਛੇ ਲੜਾਈ ਖੜੀ ਕਰ ਲੈਂਦੇ ਹਾਂ। ਛੋਟੀ ਛੋਟੀ ਗੱਲ ਪਿੱਛੇ ਅਸੀਂ ਆਪਣਾ ਸਹਿਜ ਖੋ ਬੈਠਦੇ ਹਾਂ। ਗੱਲ ਕੀ ਆ ਜਿਸ ਕਾਰਨ ਅਸੀਂ ਪਰਮਾਤਮਾ ਨਾਲ ਮਿਲਾਪ ਨਹੀਂ ਕਰਦੇ? ਜੇਕਰ ਅਸੀਂ ਇਸ ਤਰੀਕੇ ਨਾਲ ਸਮਝਣ ਲੱਗ ਪਾਂਗੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਸਵਾਰਨ ਵੀ ਲੱਗ ਪਵਾਂਗੇ, ਆਪਣੇ ਆਪ ਨੂੰ ਦੇਖਣ ਲੱਗ ਪਾਂਗੇ। ਤਾਂ ਮਹਾਰਾਜ ਕਹਿੰਦੇ ਆ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਕਿ ਜੇ ਅਸੀਂ ਆਪਣੇ ਆਪ ਨੂੰ ਸਵਾਰ ਲਈਏ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਅਤੇ ਫਿਰ ਸਾਡੇ ਸਾਰੇ ਕਾਰਜ ਜਿਹੜੇ ਰਾਸ ਹੋ ਜਾਂਦੇ ਆ, ਸਾਨੂੰ ਸਭ ਕੁਛ ਮਿਲ ਗਿਆ। ਹੁਣ ਮਹਾਰਾਜ ਨੇ ਸਾਨੂੰ ਤਾਂ ਹੀ ਸਮਝਾ ਦਿੱਤਾ, ਕਹਿੰਦੇ ਔਦ ਕਟੈ ਦਿਨ ਸਿਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਕਹਿੰਦੇ ਕਿ ਜਿਹੜੇ ਸਾਡੀ ਆਯੂ ਆ ਉਹ ਦਿਨ ਰਾਤ ਘਟ ਰਹੀ ਆ, ਗੁਰੂ ਨਾਲ ਮਿਲ ਕੇ ਨਾ ਆਪਣਾ ਕਾਰਜ ਜਿਹੜਾ ਹੈ ਸਵਾਰ ਲਓ, ਪਰਮਾਤਮਾ ਨਾਲ ਮਿਲਾਪ ਕਰ ਲਓ। ਇਹੀ ਸਮਾਂ ਆ ਜਿੱਥੇ ਅਸੀਂ ਪਰਮਾਤਮਾ ਨਾਲ ਮਿਲਾਪ ਕਰ ਸਕਦੇ ਹਾਂ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਕਈ ਵਾਰੀ ਅਸੀਂ ਸੰਗਤ ਕੀਤੀ ਹੁੰਦੀ ਹੈ ਕਿਤੇ ਨਾ ਕਿਤੇ, ਅਤੇ ਕਈ ਜਿਨ੍ਹਾਂ ਨੂੰ ਨਹੀਂ ਭੇਦ ਹੁੰਦਾ ਉਹ ਕਹਿ ਦਿੰਦੇ ਕਿ ਇਸ ਨੂੰ ਕਈ ਜਨਮ ਲੱਗ ਜਾਂਦੇ ਆ। ਪਰ ਆਹ ਕੋਈ ਵਿਚਾਰ ਘੱਟ ਕਰਦਾ ਹੈ ਕਿ ਸਾਨੂੰ ਆਲਰੇਡੀ ਕਈ ਜਨਮ ਹੋ ਚੁੱਕੇ ਆ। ਸਤਯੁਗ ਤੋਂ ਲੈ ਕੇ ਹੁਣ ਕਲਯੁਗ ਆ ਗਿਆ ਤਾਂ ਅਸੀਂ ਕਿੰਨੇ ਜਨਮਾਂਤਰਾਂ ਦੇ ਘੁੰਮਦੇ ਜਾ ਰਹੇ ਹਾਂ। ਜਿਹੜੇ ਕਹਿ ਦਿੰਦੇ ਕਿ ਕਈ ਜਨਮ ਲੱਗ ਜਾਂਦੇ ਆ, ਉਹ ਮੂਹਰਿਆਂ ਉਹਨਾਂ ਨੂੰ ਸਵਾਲ ਪੁੱਛ ਲਿਆ ਕਰੋ ਕਿ ਕਿੰਨੇ ਲੱਗ ਚੁੱਕੇ ਆ, ਦੱਸੋ, ਆਪਣਾ ਵੀ ਦੱਸ ਦਿਓ। ਅੱਬਲ ਤਾਂ ਉਹਨਾਂ ਨੂੰ ਯਾਦ ਨਹੀਂ ਹੋਣਾ। ਕਿਉਂਕਿ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਆਹ ਵੇਲਾ ਸਾਂਭ ਲਓ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਜਿਹਨੇ ਕੋਈ ਲੜ ਪੱਲਾ ਫੜਾਉਣਾ ਨਹੀਂ ਹੁੰਦਾ, ਉਹ ਫਟਾਫਟ ਕਹਿ ਦਿੰਦੇ ਕਿ ਇਹਨੂੰ ਕਈ ਜਨਮਾਂਤਰ ਲੱਗ ਜਾਂਦੇ ਆ, ਕੋਈ ਗੱਲ ਨਹੀਂ, ਤੁਰੇ ਰਹੋ। ਹੁਣ ਮਹਾਰਾਜ ਤਾਂ ਗੁਰਬਾਣੀ 'ਚ ਕਹਿੰਦਾ ਆਹ ਮਿਲਣ ਦੀ ਵਾਰੀ ਆ, ਇਹ ਮਿਲਣ ਦਾ ਵਕਤ ਆ, ਇਹ ਟਾਈਮ ਆ, ਸਾਨੂੰ ਇਹ ਸਾਂਭ ਲੈਣਾ ਚਾਹੀਦਾ। ਮਹਾਰਾਜ ਫਿਰ ਸਾਨੂੰ ਇਹ ਵੀ ਸਮਝਾਉਂਦੇ ਆ ਕਿ ਵਾਲਾ ਸਮਾਂ ਨਹੀਂ ਲੱਗਦਾ। ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਚਿੱਤ ਹੋ ਕੇ ਜੇ ਅਸੀਂ ਇੱਕ ਛਿਨ ਲਈ ਉਸ ਪਰਮਾਤਮਾ ਨੂੰ ਧਿਆ ਲਾਂਗੇ ਤਾਂ ਅਸੀਂ ਕਾਲ ਦੀ ਫਾਹੀ ਤੋਂ ਬਾਹਰ ਨਿਕਲ ਸਕਦੇ ਹਾਂ। ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ, 9ਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਹਿੰਦੇ ਮਨ ਰੇ ਕਹਾ ਪਿਓ ਤੈ ਬੋਰਾ। ਸ੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਸਮਝਾਉਂਦੇ ਆ, ਮਨ ਰੇ ਕਹਾਂ ਪਿਓ ਤੈ ਬੋਰਾ, ਕਿਉਂ ਤੂੰ ਬੋਰਾ ਹੋ ਚੁੱਕਾ ਹੈ। ਐਨਸ ਔਦ ਕਟੈ ਨਹੀਂ ਜਾਣੈ, ਪਿਓ ਲੋਭ ਸੰਗ ਹੋਰਾ। ਕਿ ਲਗਾਤਾਰ ਸਾਡੀ ਆਯੂ ਜਿਹੜੀ ਆ, ਸਾਡਾ ਜਿਹੜਾ ਏਜ ਆ
ਸਾਡੀ ਜਿਹੜੀ ਲਾਈਫ ਹੈ ਘਟ ਰਹੀ ਆ, ਅਤੇ ਅਸੀਂ ਲੋਭ ਦੇ ਵਿੱਚ ਪਏ ਹੋਏ ਹਾਂ, ਅਤੇ ਅਸੀਂ ਇਸ ਗੱਲ ਨੂੰ ਬੁੱਝਦੇ ਨਹੀਂ ਕਿ ਸਾਡੀ ਉਮਰ ਜਾਂਦੀ ਲੱਗ ਰਹੀ ਆ, ਉਮਰ ਬੀਤ ਰਹੀ ਆ। ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਆ ਜਿਹੜਾ ਸਰੀਰ ਅਸੀਂ ਆਪਣਾ ਸਮਝ ਲਿਆ ਨਾ, ਅਤੇ ਆਪਣੇ ਘਰ ਵਾਲੀ ਨੂੰ ਅਸੀਂ ਆਪਣਾ ਸਮਝਦੇ ਹਾਂ, ਆਪਣਾ ਘਰ ਆਪਣਾ ਸਮਝਦੇ ਹਾਂ। ਹੁਣ ਇਹ ਦੇਖ ਲਓ ਕਿ ਹੁਣ ਜਿਹੜੇ ਇਸਤਰੀ ਆ ਉਹਨੇ ਫਿਰ ਆਪਣੇ ਫੈਮਿਲੀ ਵੱਲ ਨੂੰ ਦੇਖਣਾ ਹੈ। ਅਸੀਂ ਆਪਣੇ ਬੱਚਿਆਂ ਨੂੰ ਆਪਣਾ ਸਮਝਦੇ ਹਾਂ, ਆਪਣਾ ਘਰ ਬਾਰ ਸਮਝਦੇ ਹਾਂ ਕਿ ਮੇਰੀ ਫੈਮਿਲੀ ਆ, ਮੇਰਾ ਘਰ ਆ। ਜੋ ਤਨ ਤੇ ਆ ਜਿਹੜਾ ਸਰੀਰ, ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨਮੈ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੇ। ਅਤੇ ਇਹਨਾਂ ਵਿੱਚੋਂ ਕੋਈ ਚੀਜ਼ ਤੇਰੀ ਅਸਲ ਵਿੱਚ ਹੈ ਨਹੀਂ। ਚੰਗੀ ਤਰ੍ਹਾਂ ਇਹਨੂੰ ਦੇਖ ਕੇ ਸੋਚ ਵਿਚਾਰ ਕਰ ਇਸ ਗੱਲ ਦੀ। ਹੁਣ ਜੇ ਅਸੀਂ ਆਪਣੇ ਪਰਿਵਾਰ ਨੂੰ ਦੇਖਦੇ ਹਾਂ, ਆਪਣਾ ਸਮਝੀ ਜਾਂਦੇ ਹਾਂ, ਘਰ ਆਪਣਾ ਸਮਝੀ ਜਾਂਦੇ, ਅਤੇ ਮਹਾਰਾਜ ਕਹਿੰਦੇ ਸਾਡਾ ਤਾਂ ਕੁਛ ਹੈ ਨਹੀਂ। ਜਦੋਂ ਅਸੀਂ ਅਖੀਰ 'ਤੇ ਇਸ ਨੂੰ ਜਾ ਕੇ ਛੱਡਣਾ ਆ, ਇਹ ਸਾਰਾ ਸਾਡੇ ਲਈ ਪਰਾਇਆ ਹੋ ਜਾਣਾ ਹੈ। ਫਿਰ ਰੋਜ਼ ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ, ਸਾਡਾ ਮਨ ਇਸ ਸਰੀਰ ਤੋਂ ਉੱਪਰ ਉੱਠਦਾ ਹੈ। ਸਾਨੂੰ ਫਿਰ ਪਤਾ ਹੁੰਦਾ ਹੈ ਕਿ ਕਿੱਥੇ ਸਾਡਾ ਪਰਿਵਾਰ, ਕਿੱਥੇ ਸਾਡਾ ਘਰ। ਸਾਨੂੰ ਤਾਂ ਆਪਣੇ ਸਰੀਰ ਦਾ ਵੀ ਨਹੀਂ ਚੇਤੇ ਰਹਿੰਦਾ ਕਿ ਇਹ ਕਿੱਥੇ ਹੈ। ਸੁਪਨਿਆਂ ਦੇ ਵਿੱਚ ਵਿਚਰਦੇ ਹਾਂ ਜਾਂ ਸੁਣ 'ਚ ਸਮਾ ਜਾਂਦੇ, ਸਾਨੂੰ ਇੱਥੇ ਤਾਂ ਭੇਦ ਹੀ ਨਹੀਂ ਰਹਿੰਦਾ। ਇੱਦਾਂ ਹੀ ਅਖੀਰ 'ਤੇ ਫਿਰ ਹੋ ਜਾਣਾ ਹੈ। ਪਰ ਉੱਥੇ ਸੁਪਨਾ ਨਹੀਂ ਫਿਰ ਆਉਣਾ, ਫਿਰ ਉੱਥੇ ਅਸਲੀਅਤ ਹੋਣੀ ਜੋ ਹੋਣਾ। ਸਾਡਾ ਮਨ ਉੱਥੇ ਨਹੀਂ ਤਾਂ ਜਮਾ ਨੇ ਜਗਾਉਣਾ ਅਤੇ ਆਪਣੇ ਰਾਹ ਤੋਰਨਾ, ਜਾਂ ਅਸੀਂ ਜੇ ਭਗਤੀ ਕੀਤੀ ਅਸੀਂ ਪ੍ਰਮਾਤਮਾ ਨਾਲ ਮਿਲਣਾ। ਅਖੀਰ 'ਤੇ ਸੁਪਨਾ ਨਹੀਂ ਹੋਣਾ। ਆ ਜਦੋਂ ਸੁਪਨਾ ਦਿਨ ਦਾ, ਲਾਈਫ ਦਾ ਟੁੱਟਿਆ, ਜੀਵਨ ਦਾ। ਇਨਮੈ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੇ, ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ। ਕਹਿੰਦੇ ਪ੍ਰਮਾਤਮਾ ਨੂੰ ਜਾਣਿਆ ਨਹੀਂ। ਪ੍ਰਮਾਤਮਾ ਦਾ ਕਿਵੇਂ ਪ੍ਰਮਾਤਮਾ ਨੇ ਸਾਰੀ ਰਚਨਾ ਕੀਤੀ ਹੈ, ਕਿਵੇਂ ਪ੍ਰਮਾਤਮਾ ਨੇ ਇਹ ਖੇਡ ਬਣਾਈ ਹੋਈ ਹੈ, ਇਹ ਜਾਣਿਆ ਹੀ ਨਹੀਂ। ਇਹ ਰਤਨ ਜਿਹੜਾ ਜਨਮ ਆ, ਇਹ ਜਨਮ ਨੂੰ ਰਤਨ ਕਹਿ ਦਿੱਤਾ, ਤੂੰ ਹਾਰ ਲਿਆ। ਨਿਮਖ ਨਾ ਲੀਨ ਪਿਓ ਚਰਨਨ ਸਿਉ ਬਿਰਥਾ ਔਧ ਸਰਾਨੀ। ਜੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਲੀਨ ਨਹੀਂ ਹੋਏ, ਅਤੇ ਅੱਗੇ ਵੀ ਵਿਚਾਰ ਕੀਤੀ ਹੈ, ਪ੍ਰਮਾਤਮਾ ਦੇ ਚਰਨ ਉਹਨਾਂ ਦਾ ਨਾਮ ਆ, ਜਿਹਨੂੰ ਮਹਾਰਾਜ ਕਹਿੰਦੇ ਗੁਰ ਕੇ ਚਰਨ ਸਿਰੇਵਣੇ ਤੀਰਥ ਹਰ ਕਾ ਨਾਉ, ਅੱਗੇ ਦਰਗਾਹ ਮੰਨੀਏ ਮਿਲੇ ਨਿਥਾਵੇਂ ਥਾਉ। ਜੇ ਅਸੀਂ ਉਸ ਨਾਮ ਦੇ ਵਿੱਚ ਲੀਨ ਨਹੀਂ ਹੋਏ, ਪ੍ਰਮਾਤਮਾ ਦੇ ਜੋ ਚਰਨ ਆ, ਅਤੇ ਕਹਿੰਦੇ ਸਾਡਾ ਜਿਹੜਾ ਇਹ ਉਮਰ ਆ, ਲਾਈਫ ਆ, ਵਿਅਰਥ ਗਿਣੀ ਜਾਣੀ। ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੇ। ਕਹਿੰਦੇ ਉਹ ਸੁਖੀ ਆ ਜਿਹੜਾ ਹਰੀ ਦੀ ਉਸਤਤ ਕਰਦਾ, ਹਰੀ ਦੇ ਨਾਮ ਦੀ ਉਸਤਤ ਕਰਦਾ, ਰਾਮ ਨਾਮ ਦੇ ਗੁਣ ਗਾਉਂਦਾ ਆ। ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ। ਕਹਿੰਦੇ ਕਿ ਬਾਕੀ ਜਗਤ ਜਿਹੜਾ ਆ ਉਹ ਮਾਇਆ ਨਾਲ ਮੋਹਿਆ ਗਿਆ, ਮਾਇਆ ਦੇ ਨੀਂਦ ਵਿੱਚ ਪੈ ਗਿਆ। ਨਿਰਭੈ ਪਦ ਵੀ ਜਿਹੜੀ ਉਹ ਪਾ ਨਹੀਂ ਸਕਦੇ, ਡਰ ਤੋਂ ਰਹਿਤ ਹੋ ਹੀ ਨਹੀਂ ਸਕਦੇ। ਤਾਂ ਹੀ ਜਿਸ ਮਾਰਗ 'ਤੇ ਅਸੀਂ ਚੱਲੇ ਹੋਏ ਹਾਂ ਨਾ, ਇੱਥੇ ਨਿਰਭਉ ਪਦ ਵੀ ਸਾਨੂੰ ਮਿਲਦੀ ਹੈ, ਨਿਰਭੈ ਪਦ ਵੀ ਮਿਲਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਜੇ ਅਸੀਂ ਉਸ ਨਿਰਭਉ ਨੂੰ ਜਪਦੇ ਹਾਂ, ਸਾਡੇ ਸਾਰੇ ਡਰ ਜਿਹੜੇ ਆ ਦੂਰ ਹੋ ਜਾਣਗੇ। ਸੋ ਇਹੀ ਅਸੀਂ ਯਾਦ ਰੱਖਣਾ ਹੈ ਕਿ ਸਮਾਂ ਤਾਂ ਚੱਲ ਰਿਹਾ ਆ। ਨਵੇਂ ਸਾਲ ਨੂੰ ਅਸੀਂ ਇੱਕ ਦੂਸਰੇ ਨੂੰ ਵਧਾਈਆਂ ਤਾਂ ਦਿੰਦੇ, ਇੱਕ ਨਵਾਂ ਸਾਲ ਚੜ੍ਹ ਗਿਆ, ਪਰ ਇਹ ਜਿਹੜਾ ਗਿਆਨ ਆ ਇਹਨੂੰ ਨਾ ਭੁੱਲੀਏ। ਅਤੇ ਦੂਜਾ ਇਹ ਕਿ ਗੁਰਮਤਿ ਮੁਤਾਬਕ ਜੇ ਅਸੀਂ ਕਰੀਏ ਤਾਂ ਉਹ ਵੀ ਬੈਟਰ ਹੈ। ਹੁਣ ਜਿੰਨੇ ਉਤਸ਼ਾਹ ਨਾਲ ਅਸੀਂ 2021 ਦੇ ਚੜ੍ਹਨ ਦਾ ਦਿਨ ਮਨਾਇਆ, ਬਹੁਤ ਵਧੀਆ ਹੈ। ਖਾਸ ਕਰਕੇ ਉਹਨਾਂ ਨੇ ਜਿਨ੍ਹਾਂ ਨੇ ਸਿਮਰਨ ਕੀਤਾ, ਪ੍ਰਮਾਤਮਾ ਦੇ ਨਾਲ ਜੁੜੇ, ਜਿਨ੍ਹਾਂ ਨੇ ਕੀਰਤਨ ਸਰਵਣ ਕੀਤਾ। ਹੁਣ ਇੱਥੇ ਤਾਂ ਜਿਵੇਂ ਬਾਹਰਲੇ ਦੇਸ਼ ਦੇ ਵਿੱਚ ਲੋਕਡਾਊਨ ਹੈ, ਕਈਆਂ ਨੂੰ ਤਾਂ ਮਾਰਚ ਤੋਂ ਜਦੋਂ ਤੋਂ ਲੈ ਕੇ ਲੋਕਡਾਊਨ ਹੋਇਆ, ਗੁਰਦੁਆਰੇ ਤਾਂ ਲੰਗਰ ਵੀ ਨਹੀਂ ਛਕ ਸਕੇ, ਲੰਗਰ ਨਹੀਂ ਨਸੀਬ ਹੋਇਆ ਗੁਰੂ ਘਰ ਤੋਂ ਜਦੋਂ ਦਾ ਲੋਕਡਾਊਨ ਆ। ਜਿੱਥੇ ਜਾ ਕੇ ਅਸੀਂ ਜੇ ਗੁਰੂ ਘਰ ਦੇ ਵਿੱਚ ਗਏ, ਸੰਗਤ ਕੀਤੀ, ਜਾਂ ਅਸੀਂ ਘਰ ਬਹਿ ਕੇ ਅਭਿਆਸ ਕੀਤਾ, ਪਰਮਾਤਮਾ ਨੂੰ ਯਾਦ ਕੀਤਾ, ਉਹ ਤਾਂ ਸਮਝੋ ਸਫਲ ਹੈ। ਅਤੇ ਇੰਨੇ ਹੀ ਉਤਸ਼ਾਹ ਦੇ ਨਾਲ ਜਦੋਂ
ਅਸਲੀ ਨਵਾਂ ਸਾਲ ਚੜ੍ਹਦਾ ਹੈ, ਜਦੋਂ ਚੇਤ ਦਾ ਮਹੀਨਾ ਆਊਗਾ, ਉਨਾ ਹੀ ਉਤਸ਼ਾਹ ਉਦੋਂ ਵੀ ਸਾਨੂੰ ਦਿਖਾਉਣਾ ਚਾਹੀਦਾ, ਕਿਉਂਕਿ ਉਹ ਤਾਂ ਗੁਰਮਤਿ ਮੁਤਾਬਕ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਕਿ ਨਵਾਂ ਸਾਲ ਆ। ਅਤੇ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਵਾਂ ਸਾਲ ਆ, ਉਨਾ ਹੀ ਉਤਸ਼ਾਹ ਸਾਨੂੰ ਉੱਥੇ ਦਿਖਾਉਣਾ ਚਾਹੀਦਾ, ਇਫ ਨਾਟ ਮੋਰ, ਇਸ ਤੋਂ ਵੱਧ ਵੀ ਦਿਖਾਉਣਾ ਚਾਹੀਦਾ। ਅਤੇ ਇਹ ਨਾ ਹੋਵੇ ਕਿ ਅਸੀਂ ਨਵੇਂ ਸਾਲ ਨੂੰ ਮਨਾਉਂਦੇ ਮਨਾਉਂਦੇ ਗੁਰੂ ਦੀ ਮਾਤੀ ਭੁੱਲ ਜਾਈਏ। ਸੋ ਮਹਾਰਾਜ ਕਿਰਪਾ ਕਰਨ ਸਾਡੇ ਸਾਰਿਆਂ 'ਤੇ ਕਿ ਅਸੀਂ ਆਪਣੇ ਮਨ ਨੂੰ ਉਸ ਪ੍ਰਮਾਤਮਾ ਦੇ ਵਿੱਚ ਲੀਨ ਕਰੀਏ। ਹੁਣ ਨਵਾਂ ਸਾਲ ਆਉਂਦਾ, ਕਈ ਨਵੀਆਂ ਰੈਜ਼ੋਲਿਊਸ਼ਨਸ ਬਣਾਉਂਦੇ ਆ, ਕੋਈ ਕਹਿੰਦਾ ਮੈਂ ਭਾਰ ਘਟਾਉਣਾ ਹੈ ਇਸ ਸਾਲ, ਕੋਈ ਕਹਿੰਦਾ ਮੈਂ ਕੋਈ ਕਰਮ ਕਰਨਾ ਹੈ, ਮੈਂ ਇਸ ਸਾਲ ਇੱਦਾਂ ਕਰਾਂਗਾ। ਆਪਣੇ ਲਈ ਗੋਲ ਸੈੱਟ ਕਰ ਲੈਂਦੇ ਆ। ਸਾਰਿਆਂ ਨਾਲੋਂ ਬੈਸਟ ਗੋਲ ਇਹ ਆ ਕਿ ਅਸੀਂ ਅਧਿਆਤਮਿਕ ਤੌਰ 'ਤੇ ਆਪਣੇ ਲਈ ਗੋਲ ਸੈੱਟ ਕਰੀਏ ਕਿ ਅਭਿਆਸ ਇਸ ਤਰੀਕੇ ਨਾਲ ਕਰਨਾ, ਮੈਂ ਜ਼ਿਆਦਾ ਮਿਹਨਤ ਕਰਨੀ ਹੈ, ਜਾਂ ਮੈਂ ਹੋਰ ਪਰਪੱਕ ਹੋ ਕੇ ਇਸ ਤਰੀਕੇ ਨਾਲ ਸਿਮਰਨ ਕਰਨਾ। ਮਹਾਰਾਜ ਸਾਡੇ 'ਤੇ ਕਿਰਪਾ ਕਰਨ। ਇੱਕ ਸਵਾਲ ਵਿੱਚ ਆਇਆ ਹੋਇਆ ਕਾਮੈਂਟਸ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸਰੀਰ ਪੂਰਾ ਅਫੁਰ ਹੋ ਜਾਂਦਾ ਹੈ ਪਰ ਮਨ ਪੂਰਾ ਟਿਕ ਕੇ ਅੰਦਰ ਨਹੀਂ ਜਾਂਦਾ, ਵਿੱਚੋਂ ਵਿੱਚੋਂ ਅੰਦਰੋਂ ਸ਼ਬਦ ਵੀ ਸੁਣਦਾ ਹੈ, ਅਨੰਤ ਸ਼ਬਦ ਵੀ ਚੱਲਦੇ ਹਨ। ਮੈਨੂੰ ਲੱਗਦਾ ਕਿ ਗੁਰਮੁਖਾਂ ਦਾ ਮਤਲਬ ਹੋਣਾ, ਕਿਉਂਕਿ ਸਰੀਰ ਜਿਹੜਾ ਆ, ਸਰੀਰ ਤਾਂ ਸਰੀਰ ਆ, ਮਨ ਜਿਹੜਾ ਆ ਉਹ ਅਫੁਰ ਹੋਣ ਦਾ ਉਹਦੇ ਸੰਭਾਵਨਾ ਹੁੰਦੀ ਆ, ਕਿਉਂਕਿ ਸਰੀਰ ਜਿਹੜਾ ਆ, ਸਰੀਰ ਦੇ ਵਿੱਚ ਮਨ ਹੁੰਦਾ ਆ। ਇੱਥੇ ਗੁਰਮੁਖਾਂ ਦਾ ਮਤਲਬ ਹੋਣਾ ਕਿ ਸਰੀਰ ਜਿਹੜਾ ਆ ਸੁੰਨ ਹੋ ਜਾਂਦਾ, ਮਨ ਪੂਰਾ ਟਿਕ ਕੇ ਅੰਦਰ ਨਹੀਂ ਜਾਂਦਾ। ਓਕੇ, ਸੋ ਇਹਦਾ ਮਤਲਬ ਮਨ ਦੇ ਥੋੜ੍ਹਾ ਜਿਹਾ ਇੱਧਰਲੇ ਪਾਸੇ ਨੂੰ ਵਿਚਾਰ ਹਨ। ਕਈ ਵਾਰ ਸਾਡੇ ਜਿਹੜਾ ਸਰੀਰ ਹੈ ਸੁੰਨ ਹੋ ਜਾਂਦਾ ਆ ਅਤੇ ਇਹ ਮਹਿਸੂਸ ਨਹੀਂ ਸਾਨੂੰ ਹੁੰਦਾ। ਅਸੀਂ ਫਿਰ ਕੋਸ਼ਿਸ਼ ਕਰਨੀ ਹੁੰਦੀ ਆ ਕਿ ਆਪਣੇ ਜਿਹੜੇ ਮਨ ਦੇ ਸੁੰਨ ਬਣਾਉਣ ਲਈ, ਇੱਕ ਤਾਂ ਸਰੀਰ ਦੀ ਸੁੰਨ ਹੁੰਦੀ ਹੈ, ਇੱਕ ਤਾਂ ਮਨ ਨੂੰ ਸੁੰਨ ਕਰਨਾ। ਮਨ ਸੁੰਨ ਹੁੰਦਾ ਹੈ ਜਦੋਂ ਪੂਰੀ ਤਰ੍ਹਾਂ ਅਸੀਂ ਲਗਾਤਾਰ ਉਸ ਸ਼ਬਦ ਨੂੰ ਪਕੜਦੇ ਹਾਂ। ਜੇਕਰ ਅਸੀਂ ਅਨਹਦ ਸ਼ਬਦ ਸੁਣਦੇ, ਜਿਵੇਂ ਗੁਰਮੁਖਾਂ ਨੇ ਕਿਹਾ ਹੋਇਆ, ਅਤੇ ਅਸੀਂ ਫਿਰ ਵੀ ਉਹਨਾਂ ਵਿੱਚ ਸਮਾਉਂਦੇ ਨਹੀਂ ਜਾਂ ਸੁਣਨ 'ਚ ਨਹੀਂ ਜਾ ਹੁੰਦਾ, ਥੋੜ੍ਹਾ ਥੋੜ੍ਹਾ ਇੱਦਾਂ ਸਾਹ ਰੋਕ ਰੋਕ ਕੇ ਆਪਣਾ ਅਭਿਆਸ ਕਰੀ ਜਾਇਆ ਕਰੋ। ਜਿੱਦਾਂ ਜੇ ਵਾਹਿਗੁਰੂ ਕਰਦੇ ਹਾਂ, ਵਾਹੇ ਕਹਿਣ ਤੋਂ ਬਾਅਦ ਥੋੜ੍ਹਾ ਰੋਕ ਲਓ ਸਾਹ, ਗੁਰੂ ਕਹਿਣ ਤੋਂ ਬਾਅਦ, ਅਤੇ ਫਿਰ ਇੱਦਾਂ ਹੋਰ ਵੀ ਜਿਹੜਾ ਮਨ ਆ ਸਹਿਜ ਵਿੱਚ ਚਲੇ ਜਾਊਗਾ। ਅਨਹਦ ਸ਼ਬਦ ਜੇਕਰ ਸਾਨੂੰ ਸੁਣਦੇ ਹਾਂ, ਅਨਹਦ ਸ਼ਬਦ ਜਦੋਂ ਤੋਂ ਸੁਣਨ ਲੱਗ ਪੈਣ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਕਿ ਅਸੀਂ ਰੋਮ ਰੋਮ ਸਿਮਰਨ ਵੀ ਕਰੀਏ, ਕਿਉਂਕਿ ਪਤਾ ਨਹੀਂ ਹੁੰਦਾ, ਕਈ ਵਾਰੀ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਸਾਡਾ ਮਨ ਕਈ ਵਾਰੀ ਬਹੁਤ ਈਜ਼ਲੀ ਵਿੱਚ ਸ਼ਬਦਾਂ ਦੇ ਵਿੱਚ ਟਿਕਾਓ ਕਰ ਲੈਂਦਾ ਅਤੇ ਉਹਨਾਂ ਵਿੱਚ ਸਮਾਉਣ ਲੱਗ ਪੈਂਦਾ। ਕਈ ਵਾਰੀ ਪਰਮਾਤਮਾ ਫਿਰ ਅੰਦਰੋਂ ਗੱਜਦੇ ਆ, ਜਿਹਦਾ ਅਭਿਆਸ ਪੂਰਾ ਨਹੀਂ ਹੁੰਦਾ, ਪੂਰੀ ਪ੍ਰੈਕਟਿਸ ਨਹੀਂ ਕੀਤੀ ਹੁੰਦੀ, ਉਹ ਫਿਰ ਉਹਨਾਂ ਨੂੰ ਔਖਾ ਹੋ ਜਾਂਦਾ ਉਸ ਵੇਲੇ। ਤਾਂ ਅਸੀਂ ਰੋਮ ਰੋਮ ਸਿਮਰਨ ਜਿਹੜਾ ਆ ਉਹ ਸ਼ੁਰੂ ਕਰਨਾ ਹੁੰਦਾ। ਜਿਸ ਦਿਨ ਤੋਂ ਸਾਨੂੰ ਅਨਹਦ ਸ਼ਬਦ ਸੁਣਨ ਲੱਗ ਪੈਣ, ਰੋਮ ਰੋਮ ਸਿਮਰਨ ਦੀ ਪ੍ਰੈਕਟਿਸ ਕਰਨੀ ਜ਼ਰੂਰੀ ਆ। ਉਹ ਹੈ ਸਾਡੀ ਨਬਜ਼ ਦੇ ਨਾਲ, ਜਿਹੜਾ ਸਾਡਾ ਇੱਕ ਹੱਥ ਦਾ ਅੰਗੂਠਾ ਆ, ਪਰਲੇ ਹੱਥ ਦੇ ਨਬਜ਼ 'ਤੇ ਰੱਖ ਲਿਆ ਕਰੋ, ਉਹਦੇ ਨਾਲ ਗੁਰਮੰਤਰ ਦਾ ਅਭਿਆਸ ਕਰਿਆ ਕਰੋ ਜਦੋਂ ਤੁਸੀਂ ਟਿਕ ਕੇ ਬਹਿ ਕੇ ਕਰਨਾ ਹੁੰਦਾ। ਉਂਝ ਜਦੋਂ ਫਿਰ ਤੁਰਦੇ ਫਿਰਦੇ ਹਾਂ, ਉਦੋਂ ਤੁਸੀਂ ਇੱਦਾਂ ਕਰ ਨਹੀਂ ਸਕਦੇ, ਕਿਉਂਕਿ ਹੱਥ ਪੈਰਾਂ ਦਾ ਇਸਤੇਮਾਲ ਕਰਕੇ ਕਰਮ ਕਰਨਾ ਹੁੰਦਾ। ਉਦੋਂ ਫਿਰ ਸਾਸ ਗਰਾਸ ਸਿਮਰਨ, ਸਾਸ ਸਿਮਰਨ ਕਰ ਲਿਆ, ਜਾਂ ਅੰਤਰਗਤ ਅਭਿਆਸ ਕਰ ਲਿਆ, ਜਾਂ ਹਿਰਦੇ ਦੀ ਧੜਕਣ ਦੇ ਨਾਲ ਕਰ ਸਕਦੇ ਹਾਂ। ਇਹ ਜਿਹੜੇ ਨਬਜ਼ ਦੇ ਨਾਲ ਫਿਰ ਅਸੀਂ ਅਭਿਆਸ ਕਰਦੇ ਬਹਿ ਕੇ, ਇਹ ਸਮਾਂ ਕੱਢ ਕੇ ਅਭਿਆਸ ਕਰਕੇ ਫਿਰ ਸਹਿਜੇ ਸਹਿਜੇ ਥੋੜ੍ਹਾ ਸਾਹ ਰੋਕ ਕੇ ਹਿਰਦੇ ਦੀ ਧੜਕਣ ਨੂੰ ਹੀ ਲੈ ਕੇ ਜਾਣਾ ਹੁੰਦਾ ਕਿ ਉਹਦੇ ਨਾਲ ਵੀ ਅਭਿਆਸ ਚਲੇ ਜਾਏ। ਫਿਰ ਜਿਹੜਾ ਧੜਕਣ ਦੇ ਨਾਲ ਅਭਿਆਸ ਹੁੰਦਾ ਆ, ਜਿਉਂ-ਜਿਉਂ ਇਹ ਸਾਡਾ ਹਾਰਟ ਖੂਨ ਨੂੰ ਪੰਪ ਕਰਦਾ ਹੈ, ਨਾਲ ਨਾਲ ਸਾਡੇ ਸਾਰੇ ਸਰੀਰ ਦੇ ਵਿੱਚ ਗੁਰਮੰਤਰ ਨਾਲ ਚੱਲੂਗਾ। ਸੋ ਹੋਪਫੁਲੀ ਦੈਟ ਹੈਲਪਸ। ਇਹਦੇ ਨਾਲ ਕੀ ਹੋਊਗਾ, ਤੁਹਾਡਾ ਜਿਹੜਾ ਮਨ ਆ ਉਹ ਹੋਰ ਵੀ ਸਹਿਜ ਵਿੱਚ ਰਹਿਣ ਲੱਗ ਪਊਗਾ ਅਤੇ ਸਾਨੂੰ ਇਸ ਮਾਰਗ 'ਤੇ ਸੌਖਾ ਲੱਗੂਗਾ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਦਾਸ ਪਾਸੋਂ ਬੋਲਦਿਆਂ ਹੋਏ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਮੈਨੂੰ ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।